काम करो मुझे टर्न नहीं करना होता है बट तो सेट ही नहीं है। क्या बोलती दोनों? जी। Good morning, everyone. Welcome to the new lecture of statistics on the YouTube channel of Launchpad IES। ठीक है जी, लॉन्चपैड ਦੇ आईएएस पोर्टल चैनल ਤੇ ਤੁਹਾਡਾ ਸਵਾਗਤ ਹੈ ਸਭ ਦਾ, ਜਿਹੜੇ ਆਫਲਾਈਨ ਹੋ ਤੇ ਜਿਹੜੇ ਆਨਲਾਈਨ ਸਟੂਡੈਂਟਸ। ਠੀਕ ਹੈ, ਆਪਣੀ ਸਭ ਨੂੰ ਪਤਾ ਹੈ ਸਟੈਟਿਸਟਿਕਸ ਦੀ ਸੀਰੀਜ਼ ਚੱਲ ਰਹੀ ਹੈ। ਉਸ ਸੀਰੀਜ਼ ਦਾ ਅੱਜ 11ਵਾਂ ਲੈਕਚਰ ਹੈ ਕਲਾਸ, ਜਿਹਦੇ ਵਿੱਚ ਆਪਾਂ ਅੱਜ ਗ੍ਰਾਫਿਕਲਸ ਬਾਰੇ ਪੜਾਂਗੇ। ਗ੍ਰਾਫ ਕੀ ਹੁੰਦੇ ਨੇ, ਗ੍ਰਾਫ ਕਿਵੇਂ ਚੱਲਦੇ ਨੇ। ਠੀਕ ਹੈ ਜੀ। ਅਗਰ ਆਪਾਂ ਦੇਖੀਏ ਹੁਣ ਤੱਕ ਆਪਾਂ ਜੋ ਕਵਰ ਕਰ ਚੁੱਕੇ ਆ ਉਹ ਮੇਜਰ ਪੋਰਸ਼ਨ ਹੈ ਕੈਲਕੂਲੇਸ਼ਨਸ ਦਾ। ਕੈਲਕੂਲੇਸ਼ਨ ਵਾਲਾ ਪੋਰਸ਼ਨ ਆਪਣਾ ਕਵਰ ਹੋ ਚੁੱਕਿਆ ਹੈ। ਨਾਓ ਵੀ ਵਿਲ ਫੋਕਸ ਔਨ ਦਾ ਗ੍ਰਾਫਿਕਲ ਪੋਰਸ਼ਨ। ਠੀਕ ਹੈ ਜੀ, ਆਪਾਂ ਗ੍ਰਾਫਿਕਲ ਤੇ ਸ਼ੁਰੂਆਤ ਕਰਾਂਗੇ। ਸੋ ਅੱਜ ਦੀ ਜਿਹੜੀ ਵੀਡੀਓ ਰਹੇਗੀ ਇਹ ਸਪੈਸ਼ਲੀ ਤੁਹਾਡੇ ਸਭ ਦੇ ਕੰਮ ਆਏਗੀ ਗ੍ਰਾਫਸ ਨੂੰ ਅੰਡਰਸਟੈਂਡ ਕਰਨ ਚ। ਠੀਕ ਹੈ ਜੀ, ਗ੍ਰਾਫਿਕਲ ਕੀ ਹੁੰਦੇ ਨੇ ਤੇ ਕਿਵੇਂ ਹੁੰਦੇ ਨੇ ਉਸ ਦੇ ਉੱਪਰ ਕੰਮ ਕਰਾਂਗੇ ਆਪਾਂ ਅੱਜ। ਠੀਕ ਹੈ ਜੀ ਕਲਾਸ। ਸੋ ਲੈਟ ਸਟਾਰਟ। ਦੇਖੋ, ਜਿਹੜੇ ਆਪਣੇ ਲਾਂਚਪੈਡ ਆਈਐਸ ਦੇ ਹੁਣ ਤੱਕ ਸਟੈਟਿਸਟਿਕਸ ਦੀ ਸੀਰੀਜ਼ ਚੱਲੀ ਹੈ, ਉਸ ਸੀਰੀਜ਼ ਦੇ ਵਿੱਚ ਆਪਾਂ 1 ਤੋਂ 10 ਲੈਕਚਰ ਕੀਤੇ ਨੇ। ਠੀਕ ਹੈ, ਜੋ ਕਿ ਮੋਰ ਦੈਨ ਸਫੀਸ਼ੀਐਂਟ ਨੇ ਇਹ ਦੱਸਣ ਚ ਕਿ ਆਪਾਂ ਕਿਵੇਂ ਮੀਨ, ਮੀਡੀਅਨ, ਮੋਰ, वेरिएंस, कोवेरिएंस, को स्टैंडर्ड डिवीजन, कोरिलेशन। ठीक है जी, कोफिशिएंट ऑफ कोरिलेशन, क्वार्टाइल, डेसाइल, परसेंटाइल, रिग्रेशन ਇਹ ਕੈਲਕੂਲੇਟ ਕਰ ਸਕਦੇ ਆ। ਸੋ ਇਹ ਸਾਰਾ ਕੁਝ ਆਪਾਂ ਇੱਕ ਵਾਰੀ ਪੜ ਚੁੱਕੇ ਆ। ਠੀਕ ਹੈ, ਜਿਹੜੀ ਲਾਂਚਪੈਡ ਆਈਏਐਸ ਦੇ YouTube ਚੈਨਲ ਦੇ ਉੱਪਰ ਸਾਰੀ ਵੀਡੀਓਜ਼ ਪਈਆਂ ਨੇ। ਤੁਸੀਂ ਕੱਲੀ ਕੱਲੀ ਵੀਡੀਓ ਨੂੰ ਅਗਰ ਆਪਾਂ ਗੱਲ ਕਰੀਏ ਫੋਕਸ ਨਾਲ ਕਰਦੇ ਹੋ ਦੈਨ ਯੂ ਵਿਲ ਗੈਟ ਕਿ ਹਾਂਜੀ ਸਾਨੂੰ ਸਾਰਾ ਕੁਝ ਇਸ ਤਰ੍ਹਾਂ ਆ ਚੁੱਕਿਆ ਹੈ। ਅਲਟੀਮੇਟਲੀ ਸਟੋਰੀ ਇਹ ਹੈ ਕਿ ਅਗਰ ਤੁਸੀਂ ਜਿੰਨੀ ਵੀ ਸਟੈਟਿਸਟਿਕਸ ਦਾ ਪੋਰਸ਼ਨ ਕਵਰ ਕਰਨਾ ਹੈ ਤਾਂ ਤੁਸੀਂ ਲਾਂਚਪੈਡ ਆਈਏਐਸ ਦੇ YouTube ਚੈਨਲ ਤੇ ਜਾ ਕੇ ਜਿੰਨੀਆਂ ਵੀ ਵੀਡੀਓਜ਼ ਹੁਣ ਤੱਕ ਅਪਲੋਡ ਨੇ ਉਸ ਤੋਂ ਤੁਸੀਂ ਕਰ ਸਕਦੇ ਹੋ। ਸੋ ਇਨ ਸ਼ਾਰਟ ਗੱਲ ਇੰਨੀ ਕਾ ਕਿ ਅਗਰ ਆਪਾਂ ਅੱਛੀ ਤਰ੍ਹਾਂ ਫੋਕਸ ਕਰੀਏ ਤਾਂ ਇਹ ਪੋਰਸ਼ਨ ਆਪਾਂ ਨੂੰ ਬਹੁਤ ਜ਼ਿਆਦਾ ਮਾਰਕਸ ਦੇ ਕੇ ਜਾਊਗਾ ਤੇ ਬਹੁਤ ਇੰਪੋਰਟੈਂਟ ਵੀ ਆ। ਠੀਕ ਹੈ ਜੀ। ਤੇ ਉਸ ਸੀਰੀਜ਼ ਦਾ ਹੀ ਅੱਜ 11ਵਾਂ ਲੈਕਚਰ ਹੈ। ਉਸ ਕੀ ਸੀਰੀਜ਼ ਦੇ ਵਿੱਚ ਆਪਾਂ ਕਵਰ ਕਰਾਂਗੇ ਗ੍ਰਾਫਿਕਲ ਵਿਊ। ਗ੍ਰਾਫਿਕਲ ਵਿਊ ਦੀ ਹਾਰਡਲੀ ਦੋ ਕਲਾਸਿਸ ਨੇ, ਦੋ ਕਲਾਸਿਸ ਦੇ ਵਿੱਚ ਗ੍ਰਾਫ ਕਰਨਾ ਆ ਜਾਊਗਾ। ਜਦ ਤੁਸੀਂ ਗ੍ਰਾਫਿਕਲ ਦੇਖ ਲਓਗੇ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਗ੍ਰਾਫ ਚੱਲਦੇ ਕਿਵੇਂ ਨੇ। ਠੀਕ ਹੈ ਜੀ, ਓਕੇ। ਦੇਖੋ ਧਿਆਨ ਫੋਕਸ ਕਰਨਾ। ਸੋ ਦੇਖੋ, ਅਗਰ ਆਪਾਂ ਗ੍ਰਾਫਿਕਲ ਵਿਊ ਤੇ ਜਾਈਏ, ਗ੍ਰਾਫਸ ਚ ਕੀ ਆਉਂਦਾ ਹੈ। ਗ੍ਰਾਫ ਆਪਣੇ ਕੋਲ ਚਾਰ ਤਰ੍ਹਾਂ ਦੇ ਆਣਗੇ। ਟੈਬੂਲਰ ਬੇਸ ਆਣਗੇ, ਪਾਈ ਚਾਰਟਸ ਆਣਗੇ, ਲਾਈਨ ਚਾਰਟਸ ਹੋਣਗੇ। ਠੀਕ ਹੈ, ਜਾਂ ਲਾਈਨ ਗ੍ਰਾਫ ਹੋਊਗਾ, ਲਾਈਨ ਚਾर्ट्स ਹੋਣਗੇ ਜਾਂ ਬਾਰ ਗ੍ਰਾਫਸ ਹੋਣਗੇ। ਆਪਣੇ ਕੋਲ ਡਾਟਾ ਜਿਹੜਾ ਦਿੱਤਾ ਜਾਊਗਾ ਉਹ ਗ੍ਰਾਫਿਕਲ ਫਾਰਮ ਦਿੱਤਾ ਜਾਏਗਾ। ਸਭ ਤੋਂ ਜ਼ਰੂਰੀ ਡਾਟਾ, ਇੰਪੋਰਟੈਂਟ ਡਾਟਾ ਹੁੰਦਾ ਹੈ ਉਹ ਮੋਸਟਲੀ ਪਾਈ ਚਾਰਟ ਦੀ ਫਾਰਮ ਚ ਦਿੱਤਾ ਜਾਂਦਾ ਹੈ। ਜਿਵੇਂ ਕੋਈ ਆਪਾਂ ਨੂੰ ਦੋ ਤਰ੍ਹਾਂ ਕੁਐਸਚਨ ਆਊਗਾ, ਜਾਂ ਤਾਂ ਟੇਬਲ ਫਾਰਮ ਚ ਗ੍ਰਾਫ ਦੇ ਦੇਣਗੇ, ਕਹਿਣਗੇ ਪਾਈ ਚਾਰਟ ਦੀ ਫਾਰਮ ਚ ਬਣਾਓ, ਜਾਂ ਪਾਈ ਚਾਰਟ ਦੇ ਦੇਣਗੇ ਆਪਾਂ ਡਾਟਾ ਐਕਸਟ੍ਰੈਕਟ ਕਰਨਾ ਹੋਊਗਾ। ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਨੂੰ ਡਾਟਾ ਕਿਤਨਾ ਕਿਤੋਂ ਦੀ ਐਕਸਟ੍ਰੈਕਟ ਕਰਨਾ ਪਏਗਾ। ਔਰ ਡਾਟਾ ਐਕਸਟ੍ਰੈਕਟ ਕਿਵੇਂ ਕਰਾਂਗੇ ਆਪਾਂ ਉਸ ਤੇ ਫੋਕਸ ਕਰਨਾ ਹੁਣ। ਠੀਕ ਹੈ ਜੀ। ਸੋ ਆਪਾਂ ਪਹਿਲਾ ਕੁਐਸਚਨ ਨਾਲ ਚਲਾਂਗੇ ਆਪਾਂ ਅੱਜ ਦੇ। ਸੋ ਇਹੀ ਅਗਰ ਆਪਾਂ ਗੱਲ ਕਰੀਏ, ਮੋਸਟਲੀ ਆਪਣੇ ਕੋਲ ਗ੍ਰਾਫਸ ਹੁੰਦੇ ਨੇ ਜਿਹਦੇ ਤੇ ਆਪਾਂ ਫੋਕਸ ਕਰਨਾ। ਸਪੋਜ਼ ਕਰੋ ਇੱਕ ਬੇਸਿਕ ਐਗਜ਼ਾਮਪਲ ਨਾਲ ਸ਼ੁਰੂਆਤ ਕਰਾਂਗਾ ਮੈਂ। ਉਹਦੇ ਵਿੱਚ ਆਪਣੇ ਕੋਲ ਇੱਕ ਪਾਈ ਚਾਰਟ ਹੋਏਗਾ, ਉਹ ਪਾਈ ਚਾਰਟ ਤੋਂ ਆਪਾਂ ਫੋਕਸ ਕਰਾਂਗੇ। ਠੀਕ ਹੈ ਜੀ। ਲੈਟਸ ਸੀ ਇੱਕ ਗ੍ਰਾਫ ਬਣਾਉਂਦੇ ਆਪਾਂ ਬੋਰਡ ਤੇ, ਫਿਰ ਉਸਨੂੰ ਸਟੱਡੀ ਕਰਾਂਗੇ।
ਤਾਂ ਆਪਾਂ ਨੇ ਪਾਈ ਚਾਰਟ ਆਪਾਂ ਨੇ ਪਾਈ ਚਾਰਟ ਦਿੱਤਾ ਕਲਾਸ। ਇਸ ਪਾਈ ਚਾਰਟ 'ਚ ਕੀ ਹੈ, ਠੀਕ ਹੈ, ਪਲੀਜ਼ ਧਿਆਨ ਦੇਣਾ। ਇੱਕ ਆਪਾਂ ਨੂੰ ਪਾਈ ਚਾਰਟ ਦਿੱਤਾ ਹੈ ਜਿਸ 'ਚ ਆਪਾਂ ਦੱਸੇਗਾ ਕਿ ਟੋਟਲ ਨੰਬਰ ਆਫ ਪੈਸੇਂਜਰਸ ਕਿੰਨੇ ਟਰੈਵਲ ਕਰ ਰਹੇ ਨੇ। ਤਾਂ ਟੋਟਲ ਨੰਬਰ ਆਫ ਪੈਸੇਂਜਰਸ ਨੇ 6 ਡਿਫਰੈਂਟ ਟ੍ਰੇਨਸ ਦੇ ਵਿੱਚ, that is 4800 ਪੈਸੇਂਜਰਸ ਨੇ, ਜਿਹਦੀ ਪਰਸੈਂਟੇਜ ਵਾਈਜ਼ ਡਿਸਟ੍ਰੀਬਿਊਸ਼ਨ ਕੀਤੀ ਗਈ ਹੈ। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਟ੍ਰੇਨ ਏ, ਟ੍ਰੇਨ ਬੀ, ਟ੍ਰੇਨ ਸੀ, ਟ੍ਰੇਨ ਡੀ, ਟ੍ਰੇਨ ਈ ਤੇ ਟ੍ਰੇਨ ਐਫ ਦੇ ਵਿੱਚ। ਠੀਕ ਹੈ ਜੀ। ਮਤਲਬ ਆਪਾਂ ਕੀ ਕਰ ਰਹੇ ਹਾਂ, ਆਪਾਂ ਇੱਕ ਬੇਸਿਕ ਤੋਂ ਸ਼ੁਰੂਆਤ ਕਰ ਰਹੇ ਹਾਂ ਕਿ ਆਪਣੇ ਕੋਲ ਗ੍ਰਾਫਿਕਲ ਡਾਟਾ ਹੁੰਦਾ ਕਿਵੇਂ ਆ। ਗ੍ਰਾਫਿਕਲ ਡਾਟਾ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲ ਕੁਝ ਪੈਸੇਂਜਰਸ ਨੇ ਜਾਂ ਕੁਝ ਡਾਟਾ ਹੈ, ਕੋਈ ਫੈਮਿਲੀ ਐਕਸਪੈਂਡੀਚਰ ਹੈ, ਤੁਹਾਡੇ ਕੋਲ ਡਿਫਰੈਂਟ ਡਿਫਰੈਂਟ ਟਾਈਪਸ ਦੇ ਗ੍ਰਾਫ ਦਿੱਤੇ ਜਾਣਗੇ। ਉਹਨਾਂ ਗ੍ਰਾਫ ਤੋਂ ਡਾਟਾ ਬਣਾਉਣਾ ਹੋਊਗਾ, ਜਾਂ ਫਿਰ ਓਪੋਜਿਟ ਹੁੰਦਾ ਕਿ ਤੁਹਾਡੇ ਕੋਲ ਡਾਟਾ ਦਿੱਤਾ ਜਾਊਗਾ, ਤੁਸੀਂ ਗ੍ਰਾਫ ਦੀ ਫਾਰਮ ਚ ਕਨਵਰਟ ਕਰਨਾ ਹੋਏਗਾ। ਲਾਈਕ ਉਰੇ ਆਪਣੇ ਕੋਲ ਕੀ ਹੈ, ਪਾਈ ਚਾਰਟ ਦਿੱਤਾ ਗਿਆ ਜਿਹਦੇ ਵਿੱਚ ਆਪਣੇ ਕੋਲ ਟ੍ਰੇਨ ਏ ਬੀ ਸੀ ਡੀ ਈ ਐਫ ਦੇ ਵਿੱਚ ਕੁਝ ਨੰਬਰ ਆਫ ਪਰਸੈਂਟੇਜ ਆਫ ਕੁਝ ਨੰਬਰ ਆਫ ਜਿਹੜੇ ਪੈਸੇਂਜਰਸ ਨੇ ਉਹਨੂੰ ਪਰਸੈਂਟੇਜ ਦੀ ਫਾਰਮ ਚ ਵੰਡਿਆ ਗਿਆ। ਜਿਵੇਂ ਕਿ ਉਹਦੇ ਆਪਣੇ ਕੋਲ 12% ਨੇ, ਉਹਦੇ ਆਪਣੇ ਕੋਲ 9% ਨੇ, ਉਹਦੇ 17% ਨੇ, ਉਹਦੇ ਆਪਣੇ ਕੋਲ 21% ਨੇ, ਉਹਦੇ ਆਪਣੇ ਕੋਲ 19% ਨੇ, ਤੇ ਉਹਦੇ ਆਪਣੇ ਕੋਲ 22% ਹੈ। ਠੀਕ ਹੈ ਜੀ। ਹੁਣ ਇਸ ਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਚ ਆਪਾਂ ਨੂੰ ਇੱਕ ਤਰ੍ਹਾਂ ਕੁਐਸਚਨ ਦਿੱਤਾ ਗਿਆ ਹੈ ਕਿ ਤੁਹਾਡੇ ਕੋਲ ਟੋਟਲ ਨੰਬਰ ਆਫ ਪੈਸੇਂਜਰ ਜਿਹੜੇ 6 ਡਿਫਰੈਂਟ ਟ੍ਰੇਨਸ ਚ ਟਰੈਵਲ ਕਰ ਰਹੇ ਆ ਉਹ ਦਿੱਤੇ ਹੋਏ ਨੇ 4800। ਮਤਲਬ 4800 ਤੁਹਾਡੇ ਕੋਲ ਪੈਸੇਂਜਰਸ ਨੇ ਜੋ ਕਿ 6 ਡਿਫਰੈਂਟ ਟ੍ਰੇਨਸ ਚ ਟਰੈਵਲ ਕਰ ਰਹੇ ਆ। ਐਂਡ ਇਹ ਜਿਹੜੇ 4800 ਪੈਸੇਂਜਰਸ ਨੇ ਇਹ ਇਹਨਾਂ ਟ੍ਰੇਨਾਂ 'ਚ ਟਰੈਵਲ ਕਰ ਰਹੇ ਆ, ਟ੍ਰੇਨ ਏ ਬੀ ਸੀ ਡੀ ਈ ਐਫ ਦੇ ਵਿੱਚ। ਕਿੰਨੇ ਕਿੰਨੇ ਪਰਸੈਂਟ ਉਹ ਦਿੱਤਾ ਗਿਆ। ਸਭ ਤੋਂ ਪਹਿਲਾ ਵਿਊ ਇਹ ਹੁੰਦਾ ਕਿ ਤੁਸੀਂ ਇੱਕ ਵਾਰੀ ਜੋ ਇਸ 'ਚ ਪੁੱਛਿਆ ਜਾਂਦਾ ਐਵਰੇਜ ਪੁੱਛ ਲੈਂਦੇ ਨੇ, ਟੋਟਲ ਪੁੱਛ ਲੈਂਦੇ ਨੇ, ਕੋਈ ਰੇਸ਼ੋ ਪੁੱਛ ਲੈਂਦੇ ਨੇ। ਠੀਕ ਹੈ। ਇੱਕ ਟ੍ਰੇਨ ਤੋਂ ਦੂਜੇ ਟ੍ਰੇਨ ਜਿਹੜੇ ਪੈਸੇਂਜਰ ਜਾ ਰਹੇ ਨੇ, ਟ੍ਰੇਨਸ 'ਚ ਪੈਸੇਂਜਰ ਜਾ ਰਹੇ ਨੇ, ਉਹਨਾਂ ਪੈਸੇਂਜਰਸ ਦੀ ਅਗਰ ਆਪਾਂ ਗੱਲ ਕਰੀਏ ਰੇਸ਼ੋ ਪੁੱਛ ਲੈਂਦੇ ਨੇ। ਠੀਕ ਹੈ। ਉਹਨਾਂ ਦਾ ਪਰਸੈਂਟੇਜ ਪੁੱਛ ਲੈਂਦੇ ਨੇ ਕੰਪੈਰੀਜ਼ਨ ਇੱਕ ਦੂਜੇ ਨਾਲ। ਸੋ ਆਪਾਂ ਸਭ ਤੋਂ ਪਹਿਲਾਂ ਅਗਰ ਐਸਾ ਕੁਐਸਚਨ ਆਪਣੇ ਕੋਲ ਪੇਪਰ ਜਾਂਦਾ ਹੈ, ਆਪਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਕਰਨੀ ਹੈ ਜਿਹੜਾ ਟੋਟਲ ਦਿੱਤਾ ਜਾਊਗਾ ਉਸ ਟੋਟਲ ਨੂੰ ਆਪਾਂ ਨੇ ਡਿਵਾਈਡ ਕਰ ਲੈਣਾ। ਇਨ ਸੈਂਸ ਵਾਟ, ਜਿਵੇਂ ਆਪਾਂ ਗੱਲ ਕਰਦੇ ਹਾਂ ਆਪਾਂ ਆਪਣੇ ਇੱਕ ਗ੍ਰਾਫ ਤੇ ਜਾਂ ਮੇਨ ਸ਼ੀਟ ਤੇ ਬਣਾ ਲਾਂਗੇ ਵੀ ਟ੍ਰੇਨ ਏ, ਟ੍ਰੇਨ ਬੀ, ਸੀ, ਡੀ, ਈ ਤੇ ਐਫ, ਇਸ ਚ ਕਿੰਨੇ ਕਿੰਨੇ ਪੈਸੇਂਜਰਸ ਨੇ। ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਟੋਟਲ 4800 ਪੈਸੇਂਜਰਸ ਨੇ। ਠੀਕ ਹੈ ਜੀ। ਜਿਨ੍ਹਾਂ ਨੇ ਟਰੈਵਲ ਕਰਨਾ ਇਹਨਾਂ ਡਿਫਰੈਂਟ ਟ੍ਰੇਨਸ ਦੇ ਥਰੂ। ਹੁਣ ਜਿਹੜੇ 4800 ਪੈਸੇਂਜਰਸ ਨੇ ਇਹ ਕਿਵੇਂ ਟਰੈਵਲ ਕਰ ਰਹੇ ਆ। ਹੁਣ ਅਗਰ ਦੇਖਿਆ ਜਾਏ ਟ੍ਰੇਨ ਏ ਚ 12% ਨੇ, ਤਾਂ 12 ਬਾਈ 100 ਇੰਟੂ 48। ਠੀਕ ਹੈ ਜੀ। ਇਹ ਆਪਣੇ ਕੋਲ ਆ ਜਾਏਗਾ ਡਾਟਾ। ਆਪਾਂ 48 ਨੂੰ 12 ਨਾਲ ਮਲਟੀਪਲਾਈ ਕਰ ਲਾਂਗੇ ਤਾਂ ਆਪਣੇ ਕੋਲ ਟ੍ਰੇਨ ਏ ਦੇ ਪੈਸੇਂਜਰ ਆ ਜਾਣਗੇ। ਸਿਮਿਲਰਲੀ ਆਪਣੇ ਕੋਲ ਟ੍ਰੇਨ ਬੀ ਚ ਕਿੰਨੇ ਨੇ 9%। 9% ਕਿਹਦਾ 4800 ਦਾ। ਦੈਨ ਸੀ ਚ ਅਗਰ ਆਪਾਂ ਗੱਲ ਕਰੀਏ 17%। ਠੀਕ ਹੈ। 4800 ਦਾ। ਪਹਿਲਾਂ ਆਪਾਂ ਇਸ ਤਰ੍ਹਾਂ ਡਾਟਾ ਐਕਸਟ੍ਰੈਕਟ ਕਰਾਂਗੇ ਸਾਰਾ। ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਦੇਖਿਆ ਜਾਏ ਟ੍ਰੇਨ ਡੀ ਚ ਕਿੰਨੇ ਨੇ ਆਪਣੇ ਕੋਲ, ਟ੍ਰੇਨ ਡੀ ਚ ਨੇ 21% ਕਿਸ ਚੀਜ਼ ਦਾ 4800 ਦਾ ਜਿਹੜੇ ਟੋਟਲ ਪੈਸੇਂਜਰਸ ਨੇ। ਸਿਮਿਲਰਲੀ ਟ੍ਰੇਨ ਅਗਰ ਆਪਾਂ ਗੱਲ ਕਰਦੇ ਡੀ, ਟ੍ਰੇਨ ਈ ਚ ਆਪਣੇ ਕੋਲ ਹੈਗੇ ਹੈ 19% 4800 ਦਾ। ਠੀਕ ਹੈ ਜੀ। ਤੇ ਸਿਮਿਲਰਲੀ ਟ੍ਰੇਨ ਐਫ ਚ ਆਪਣੇ ਕੋਲ ਹੈਗੇ ਹੈ 5% 4800 ਦਾ। ਠੀਕ ਹੈ ਜੀ। ਇਹ ਆਪਾਂ ਡਿਫਰੈਂਟ ਡਿਫਰੈਂਟ ਵੈਲਿਊਜ਼ ਨੇ, ਇਹ ਆਪਾਂ ਇੱਕ ਵਾਰੀ ਐਕਸਟ੍ਰੈਕਟ ਕਰ ਲਾਂਗੇ ਤਾਂ ਆਪਾਂ ਨੂੰ ਇੱਥੇ ਪਤਾ ਚੱਲ ਜਾਊਗਾ ਕਿ ਕਿਹੜੀ ਟ੍ਰੇਨ 'ਚ ਕਿੰਨੇ ਪਰਸੈਂਟ ਪੈਸੇਂਜਰ ਟਰੈਵਲ ਹੋ ਰਹੇ ਨੇ। ਠੀਕ ਹੈ। ਹੋਪਫੁਲੀ ਸਮਝ ਗੱਲ ਸਮਝਾਈ ਹੋਏਗੀ। ਤਾਂ ਅਗਰ ਆਪਾਂ ਦੇਖੀਏ, ਠੀਕ ਹੈ, ਪਹਿਲੀ ਅਗਰ ਆਪਾਂ ਟ੍ਰੇਨ ਦੀ ਗੱਲ ਕਰਦੇ ਹਾਂ 12% ਟਰੈਵਲ ਕਰ ਰਹੇ ਨੇ। ਠੀਕ ਹੈ। 4800 ਦਾ, ਤਾਂ ਆਪਣੇ ਕੋਲ ਆ ਜਾਏਗਾ 576 ਪੈਸੇਂਜਰਸ ਹੋ ਗਏ ਇੱਥੇ। ਇੱਥੇ ਦੋ ਜ਼ੀਰੋਆਂ ਕੱਟ ਹੋ ਜਾਣਗੀਆਂ। ਠੀਕ ਹੈ ਜੀ। ਤੇ ਆਪਣੇ ਕੋਲ ਟਰੈਵਲ ਕਰ ਰਹੇ ਨੇ ਹੁਣ 432 ਪੈਸੇਂਜਰਸ। ਇੱਥੇ ਵੀ ਦੋ ਜ਼ੀਰੋ ਕੱਟ ਹੋ ਜਾਣਗੀਆਂ। ਇੱਥੇ ਆਪਣੇ ਕੋਲ ਟਰੈਵਲ ਕਰ ਰਹੇ ਆ 17% ਵਿਚ ਇਜ਼ 816। ਦੋ ਜ਼ੀਰੋ ਇੱਥੇ ਅਗੇਨ ਕੱਟ ਹੋ ਜਾਣਗੀਆਂ ਤੇ ਆਪਣੇ ਕੋਲ ਟਰੈਵਲ ਕਰ ਰਹੇ ਆ ਇੱਥੇ 4800 ਦਾ 21% ਵਿਚ ਇਜ਼ ਨਥਿੰਗ ਬਟ 1008। ਸਿਮਿਲਰਲੀ ਟ੍ਰੇਨ ਅਗਰ ਆਪਾਂ ਗੱਲ ਕਰੀਏ ਈਚ ਟਰੈਵਲ ਕਰ ਰਹੇ ਆ ਆਪਣੇ ਕੋਲ 4800 ਦਾ 19% ਵਿਚ ਇਜ਼ 912 912। ਤੇ 4800 ਦਾ ਹੀ ਆਪਣੇ ਕੋਲ ਟਰੈਵਲ ਕਰ ਰਹੇ ਆ 5% ਵਿਚ ਇਜ਼ 1056। ਸੋ ਇੰਨੇ ਇੰਨੇ ਪੈਸੇਂਜਰ ਟ੍ਰੇਨ ਟਰੈਵਲ ਕਰ ਰਹੇ। ਹੁਣ ਕੁਐਸਚਨ ਕੀ ਆਏਗਾ ਉਹ ਦੇਖਦੇ ਆ। ਮਤਲਬ ਸਭ ਤੋਂ ਪਹਿਲਾਂ ਕੀ ਹੈ, ਅਗਰ ਆਪਣੇ ਕੋਲ ਪਾਈ ਚਾਰਟ ਦਿੱਤਾ ਹੋਇਆ ਹੈ, ਪਾਈ ਚਾਰਟ ਤਿੰਨ ਤਰ੍ਹਾਂ ਦੇ ਹੁੰਦੇ ਨੇ, ਜਾਂ ਤਾਂ ਪਰਸੈਂਟੇਜ ਬੇਸ ਹੁੰਦਾ ਹੈ ਜਾਂ ਡਿਗਰੀ ਬੇਸ ਹੁੰਦਾ ਹੈ,
ਜਾਂ ਫ੍ਰੈਕਸ਼ਨ ਬੇਸ ਹੁੰਦਾ। ਕਦੇ ਵੀ ਪਾਈ ਚਾਰਟ ਡਾਟਾ ਦਿੱਤਾ ਜਾਏਗਾ ਤਾਂ ਇਹ ਆਪਣੇ ਕੋਲ ਇੱਕ ਪਾਈ ਚਾਰਟ ਹੈ। ਪਾਈ ਚਾਰਟ ਦਾ ਮਤਲਬ ਹੁੰਦਾ ਹੈ percentage ਵਾਈਜ਼ ਡਿਸਟ੍ਰੀਬਿਊਸ਼ਨ ਆਫ ਡਾਟਾ। ਹੁਣ ਜਿਵੇਂ ਆਪਣੇ ਕੋਲ ਉਹਨੇ ਗ੍ਰਾਫ ਦਿੱਤਾ ਗਿਆ ਥਾ, ਇਸ ਗ੍ਰਾਫ 'ਚ ਕੀ ਹੈ, ਆਪਣੇ ਕੋਲ ਟੋਟਲ ਨੰਬਰ ਆਫ ਪੈਸੇਂਜਰ ਦਿੱਤੇ ਗਏ ਨੇ, ਜਿਹੜੇ ਕਿ ਕਿੰਨੇ ਨੇ, ਅਗਰ ਆਪਾਂ ਗੱਲ ਕਰਦੇ ਹਾਂ ਪੈਸੇਂਜਰ ਦਿੱਤੇ ਹੋਏ ਨੇ ਉਹਦੇ ਆਪਣੇ ਕੋਲ 4800, ਜੋ ਕਿ ਅਲੱਗ-ਅਲੱਗ ਟ੍ਰੇਨ 'ਚ ਟਰੈਵਲ ਕਰ ਰਹੇ ਹਨ। ਹੁਣ ਟ੍ਰੇਨ ਏ 'ਚ ਟਰੈਵਲ ਕਰਨ ਵਾਲੇ, ਬੀ 'ਚ, ਸੀ 'ਚ, ਡੀ 'ਚ, ਈ 'ਚ, ਐਫ 'ਚ, ਉਹ ਅਲੱਗ-ਅਲੱਗ ਆਪਣਾ ਡਾਟਾ ਡਿਸਟ੍ਰੀਬਿਊਟ ਕੀਤਾ ਗਿਆ, ਠੀਕ ਹੈ। ਸੋ ਇਸ ਤਰ੍ਹਾਂ ਕੇ ਨਾਲ ਆਪਣੇ ਕੋਲ ਦਿੱਤੇ ਹੋਏ ਨੇ। ਹੁਣ ਆਪਾਂ ਐਵਰੇਜ ਕੱਢ ਸਕਦੇ ਹਾਂ, ਟੋਟਲ ਕੱਢ ਸਕਦੇ ਹਾਂ, ਰੇਸ਼ੋ ਕੱਢ ਸਕਦੇ ਹਾਂ। ਉਹਦੇ ਲਈ ਜ਼ਰੂਰੀ ਥਾ ਆਪਣੇ ਕੋਲ ਕਿ ਜਿੰਨੀਆਂ ਟ੍ਰੇਨਾਂ 'ਚ ਟਰੈਵਲ ਪੈਸੇਂਜਰ ਟਰੈਵਲ ਕਰ ਰਹੇ ਆ, ਆਪਾਂ ਉਹਨਾਂ ਪੈਸੇਂਜਰਸ ਨੂੰ ਅਲੱਗ ਕਰ ਲਈ। ਸੋ ਟ੍ਰੇਨ ਏ 'ਚ ਟਰੈਵਲ ਕਰ ਰਹੇ ਆ 4800, 12% ਦਾ, ਠੀਕ ਹੈ। ਟ੍ਰੇਨ ਬੀ, ਟ੍ਰੇਨ ਸੀ, ਟ੍ਰੇਨ ਡੀ, ਟ੍ਰੇਨ ਈ ਤੇ ਟ੍ਰੇਨ ਐਫ, ਇਸ ਤਰ੍ਹਾਂ ਕੁਝ ਆਪਾਂ ਨੂੰ ਪੈਸੇਂਜਰ ਦਿੱਤੇ ਹੋਏ ਨੇ ਜਿਹੜੇ ਡਿਫਰੈਂਟ ਡਿਫਰੈਂਟ ਟ੍ਰੇਨਸ 'ਚ ਟਰੈਵਲ ਕਰ ਰਹੇ ਆ। ਹੁਣ ਇੱਥੇ ਕੁਐਸਚਨ ਕੀ ਆਇਆ ਹੋਇਆ ਉਹ ਦੇਖਦੇ ਹਾਂ ਆਪਾਂ। ਪਹਿਲਾ ਕੁਐਸਚਨ ਆਇਆ ਹੋਇਆ ਇਸ ਦੇ ਬੇਸ ਤੇ ਕਿ ਵਾਟ ਇਜ਼ ਦ ਐਵਰੇਜ ਨੰਬਰ ਆਫ ਪੈਸੇਂਜਰ। ਹੁਣ ਆਪਾਂ ਨੇ ਕੱਢਣਾ ਹੈ ਐਵਰੇਜ ਨੰਬਰ ਆਫ ਪੈਸੇਂਜਰਸ ਜਿਹੜੇ ਟਰੈਵਲ ਕਰ ਰਹੇ ਹੈ ਟ੍ਰੇਨ ਏ, ਟ੍ਰੇਨ ਸੀ ਤੇ ਟ੍ਰੇਨ ਐਫ ਦੇ ਟੂਗੇਦਰ, ਓਕੇ। ਹੁਣ ਕਿਸੇ ਚੀਜ਼ ਦੀ ਐਵਰੇਜ ਕੱਢਣੀ ਹੈ ਤਾਂ ਐਵਰੇਜ ਦਾ ਫਾਰਮੂਲਾ ਹੋਏਗਾ, ਟ੍ਰੇਨ ਏ ਵਾਲਾ ਚੱਕ ਲਓ 576, ਟ੍ਰੇਨ ਸੀ ਵਾਲੇ ਚੱਕ ਲਓ, ਟ੍ਰੇਨ ਸੀ ਚ ਹੈਗੇ 816 ਤੇ ਟ੍ਰੇਨ ਐਫ ਵਾਲਾ ਚੱਕ ਲਓ 1056। ਐਵਰੇਜ ਦਾ ਮਤਲਬ ਹੁੰਦਾ ਹੈ ਮੀਨ ਦਾ ਸਮ ਆਫ ਦਾ ਨੰਬਰ ਡਿਵਾਈਡ ਬਾय ਨੰਬਰ। ਸੋ ਆਪਾਂ ਇਹ ਸਾਰੇ ਪਲੱਸ ਕਰ ਲਾਂਗੇ ਪਹਿਲਾਂ, ਇਹ ਸਾਰੇ ਪਲੱਸ ਕਰਕੇ ਜੋ ਆਨਸਰ ਆਏਗਾ ਉਹ ਆਪਾਂ ਐਵਰੇਜ ਕੱਢ ਲਾਂਗੇ। ਸੋ ਆਪਣੇ ਕੋਲ ਪਹਿਲੀ ਵਾਰ ਹੈਗੇ ਹੈ 576, ਦੈਨ ਆਪਣੇ ਕੋਲ ਹੈਗੇ ਹੈ 816, ਦੈਨ ਆਪਣੇ ਕੋਲ 1056। ਇਹ ਤਿੰਨ ਆ ਗਏ ਆਪਣੇ ਕੋਲ। ਇਹਨੂੰ ਸਮ ਕਰਾਂਗੇ 2448 ਆ ਜਾਏਗਾ, ਡਿਵਾਈਡ ਬਾय ਕਰਾਂਗੇ 3, ਠੀਕ ਹੈ ਜੀ। ਇਹਨੂੰ ਡਿਵਾਈਡ 3 ਕਰ ਦਾਂਗੇ ਤੇ ਆਨਸਰ ਆ ਰਿਹਾ 816। ਤਾਂ ਜਿਹੜੇ ਐਵਰੇਜ ਨੰਬਰ ਆਫ ਪੈਸੇਂਜਰਸ ਨੇ ਦੋਨਾਂ ਤਿੰਨਾਂ ਟ੍ਰੇਨਾਂ ਦੇ ਉਹ ਆ ਗਏ 816। ਤਾਂ ਇਸ ਤਰੀਕੇ ਨਾਲ ਆਪਾਂ ਰੇਸ਼ੋ ਕੱਢ ਸਕਦੇ ਹਾਂ। ਸੋ ਜੋ ਆਪਣਾ ਪਹਿਲਾ ਕੁਐਸਚਨ था ਇਹਦੇ ਬਿਹਾਫ ਤੇ ਉਹ ਇਹੀ था ਕਿ ਪਹਿਲਾ ਟ੍ਰੇਨ ਏ ਬੀ ਸੀ ਚ ਕਿੰਨੇ ਪੈਸੇਂਜਰ ਟਰੈਵਲ ਕਰ ਰਹੇ ਆ। ਬੇਸਿਕਲੀ ਬੱਚੋ ਜਿਹੜਾ ਸਟੈਟ ਦਾ ਪੋਰਸ਼ਨ ਹੈ ਉਹਦੇ ਵਿੱਚ ਮੀਨ ਮੀਡੀਅਨ ਮੋਡ ਤੋਂ ਇਲਾਵਾ ਅਗਰ ਕੋਈ ਇੰਪੋਰਟੈਂਟ ਕੁਐਸਚਨ ਰੱਖਦੇ ਨੇ, ਠੀਕ ਹੈ, ਤਾਂ ਉਹ ਆਪਣੇ ਕੋਲ ਗ੍ਰਾਫਿਕਲ ਕੁਐਸਚਨਸ ਨੇ। ਫਿਰ ਆਪਾਂ ਕਈ ਪੀਵਾਈਕਿਊ ਵੀ ਕਰਾਂਗੇ, ਪਰ ਇੱਕ ਦਾ ਗ੍ਰਾਫ ਕਰ ਲਈ ਪਹਿਲਾਂ, then ਆਪਾਂ ਪੀਵਾਈਕਿਊ ਤੇ ਆਵਾਂਗੇ। ਗ੍ਰਾਫ ਦੇ ਵਿੱਚ ਕੀ ਹੁੰਦਾ, ਆਪਣੇ ਕੋਲ ਕਈ ਵਾਰ ਦੋ ਗ੍ਰਾਫ ਇਕੱਠੇ ਆ ਰਹੇ ਹੁੰਦੇ ਨੇ। ਦੋ ਗ੍ਰਾਫ ਕਿਵੇਂ, ਜਿਵੇਂ ਕਿ ਲਾਈਨ ਦੇ ਚਾਰਟ ਦੇ ਨਾਲ ਬਾਰ ਗ੍ਰਾਫ ਜੋੜਤਾ, ਬਾਰ ਦੇ ਨਾਲ ਪਾਈ ਚਾਰਟ ਜੋੜਦਾ, ਪਾਈ ਦੇ ਨਾਲ ਕੋਈ ਹੋਰ ਚਾਰਟ ਜੋੜਤਾ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਡਾਟਾ ਚੱਲਦਾ ਹੁੰਦਾ। ਸੋ ਇਹ ਆਪਣੇ ਕੋਲ ਪਹਿਲਾ ਗ੍ਰਾਫ ਹੈ ਜਿਹਦੇ ਵਿੱਚ ਆਪਾਂ ਨੇ ਦੇਖਿਆ ਪਹਿਲਾ ਕੁਐਸਚਨ ਪੁੱਛਿਆ था कि व्हाट वाज द एवरेज नंबर ऑफ पैसेंजर ट्रैवलिंग थ्रू ट्रेन एबीसी, ठीक है। ਹੁਣ ਅਗਲਾ ਕੁਐਸਚਨ ਪੁੱਛਿਆ ਗਿਆ ਹੈ the number of passenger in train A is approximately what percent the number of passenger in BD together। ਕਹਿੰਦੇ ਜਿਹੜੇ ਟ੍ਰੇਨ, ਹਾਂਜੀ ਕਲਾਸ ਇਹ ਸਮਝ ਆ ਗਿਆ ਸਭ ਨੂੰ। ਸੋ ਇਸ 'ਚ ਆਪਾਂ ਕੀ ਪੜ ਰਹੇ ਹਾਂ, ਇਸ 'ਚ ਆਪਾਂ ਪੜ ਰਹੇ ਹਾਂ ਕਿ ਜਿਹੜੇ ਟ੍ਰੇਨ ਏ, ਟ੍ਰੇਨ ਸੀ ਤੇ ਟ੍ਰੇਨ ਐਫ ਦੇ ਐਵਰੇਜ ਪੈਸੇਂਜਰ ਥੇ ਉਹ ਕਿੰਨੇ ਥੇ। ਤਾਂ ਟ੍ਰੇਨ ਆਪਾਂ ਏ, ਸੀ ਤੇ ਐਫ ਦੇ ਪੈਸੇਂਜਰਸ ਨੂੰ ਐਡ ਕਰਕੇ ਡਿਵਾਈਡ ਕਰ ਦਾਂਗੇ, ਵੀ ਵਿਲ ਗੈਟ ਦਾ ਰਾਈਟ ਆਂਸਰ, ਓਕੇ ਹੈ ਜੀ। ਸੋ ਇਸੇ ਤਰੀਕੇ ਨਾਲ ਅਗਰ ਆਪਾਂ ਹੁਣ ਗੱਲ ਕਰੀਏ, ਹੋਪਫੁਲੀ ਦੇਖੋ ਨੋਟ ਕਰ ਲਿਆ ਸਭ ਨੇ, ਕੋਈ ਆਊਟ ਤਾਂ ਨਹੀਂ ਕਿਸੇ ਨੂੰ, ਪਲੀਜ਼ ਨੋਟ ਕਰ ਲਓ। ਉਸ ਤੋਂ ਅਗਲਾ ਕੁਐਸਚਨ ਕਰਦੇ ਹਾਂ। ਇਹਦਾ ਨੋਟ ਹੋ ਗਿਆ, ਠੀਕ ਹੈ। ਦੈਨ ਆਫਟਰ ਹੁਣ ਦੇਖੋ ਅੱਗੇ ਅਗਲਾ ਕੁਐਸਚਨ ਪੁੱਛਿਆ ਹੈ, ਧਿਆਨ ਨਾਲ ਸੁਣਨਾ ਪਲੀਜ਼ ਕਲਾਸ ਸਾਰੇ। आपने तो अगला क्वेश्चन पूछा है, ठीक है जी, कि ट्रेन ਜਿਹੜੇ ਨੰਬਰ ਆਫ ਪੈਸੇਂਜਰ ਨੇ ਈ ਦੇ ਵਿੱਚ ਉਹ ਕਿੰਨੇ ਪਰਸੈਂਟ ਨੇ ਅਗਰ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਆਫ ਦਾ ਟੋਟਲ ਨੰਬਰ ਆਫ ਪੈਸੇਂਜਰ ਇਨ ਬੀ ਐਂਡ ਡੀ ਟੂਗੇਦਰ। ਪਹਿਲਾਂ ਬੀ ਤੇ ਡੀ ਦੇ ਆਪਾਂ ਐਡ ਕਰ ਲਈਏ। ਟ੍ਰੇਨ ਟ੍ਰੇਨ ਅਗਰ ਆਪਾਂ ਗੱਲ ਕਰਦੇ ਹਾਂ ਬੀ ਤੇ ਡੀ ਦੇ ਪੈਸੇਂਜਰਸ ਨੂੰ ਐਡ ਕਰ ਲੈਂਦੇ ਹਾਂ। ਬੀ ਚ ਆਪਣੇ ਕੋਲ ਹੈਗੇ 432 ਤੇ ਡੀ ਚ ਆਪਣੇ ਕੋਲ ਹੈਗੇ 1008। ਤਾਂ ਇਹ ਹੋ ਜਾਊਗਾ 0144, ਠੀਕ ਹੈ। ਤੇ ਟ੍ਰੇਨ ਈ ਵਾਲੇ ਆਪਣੇ ਕੋਲ ਕਿੰਨੇ ਹੈਗੇ ਆ, ਟ੍ਰੇਨ ਈ ਵਾਲੇ ਹੈਗੇ ਆਪਣੇ ਕੋਲ, ਟ੍ਰੇਨ ਈ ਵਾਲੇ ਪੈਸੇਂਜਰ ਕਿੰਨੇ ਹੈ, ਟ੍ਰੇਨ ਈ ਵਾਲੇ ਪੈਸੇਂਜਰ ਹੈਗੇ ਆਪਣੇ ਕੋਲ 912। ਸੋ ਉਹਨੇ ਪੁੱਛਿਆ ਕਿ ਟ੍ਰੇਨ ਈ ਵਾਲੇ ਪੈਸੇਂਜਰ ਕਿੰਨਾ ਪਰਸੈਂਟ ਨੇ ਬੀ ਤੇ ਡੀ ਦੇ ਟੂਗੇਦਰ। ਤਾਂ ਆਪਾਂ ਬੀ ਤੇ ਡੀ ਦੇ ਜੋੜ ਲਏ, ਈ ਦੇ ਜੋੜ ਲਏ, ਇਨਟੂ 100, 2 0 1 0 ਤੋਂ ਕੱਟ ਜਾਏਗੀ, ਤਾਂ 9120 ਡਿਵਾਈਡ ਕਰ ਦਾਂਗੇ 114 ਦੇ ਨਾਲ, ਆਪਣੇ ਕੋਲ ਇੱਕ ਅਪਰੋਕਸੀਮੇਟ ਪਰਸੈਂਟੇਜ ਆ ਜਾਏਗੀ। ਸੋ ਇਸ ਚ ਆਪਣੇ ਕੋਲ ਕਿਆ ਸਿੱਖਣ ਨੂੰ ਮਿਲ ਰਿਹਾ ਹੈ ਕਿ ਆਪਾਂ ਇੱਕ ਡਾਟਾ ਦੀ ਦੂਜੇ ਡਾਟਾ ਦੇ ਨਾਲ ਪਰਸੈਂਟੇਜ ਵੀ ਫਾਈਂਡ ਕਰ ਸਕਦੇ ਹਾਂ। ਤਾਂ ਆਪਣੇ ਕੋਲ ਹੁਣ 9100 ਅਗਰ ਆਪਾਂ ਗੱਲ ਕਰੀਏ 20 ਪੈਸੇਂਜਰਸ ਨੇ, ਉਹਨੂੰ ਆਪਾਂ ਡਿਵਾਈਡ ਕਰ ਰਹੇ ਹਾਂ 144 ਦੇ ਨਾਲ, ਤਾਂ ਆਪਣੇ ਕੋਲ ਅਪਰੋਕਸੀਮੇਟ ਰਿਜ਼ਲਟ ਆ ਰਿਹਾ ਹੈ 63.33%, ਠੀਕ ਹੈ ਜੀ। ਪਲੀਜ਼ ਨੋਟ ਡਾਊਨ ਕਰੋ। ਇਸ 'ਚ ਆਪਾਂ ਸਿੱਖ ਕੀ ਰਹੇ ਹਾਂ, ਇਸ 'ਚ ਆਪਾਂ ਇਹ ਸਿੱਖ ਰਹੇ ਹਾਂ ਜੋ ਅੱਜ ਦੀ ਕਲਾਸ ਚੱਲ ਰਹੀ ਹੈ ਕਿ ਆਪਾਂ ਕਿਵੇਂ ਇੱਕ ਗ੍ਰਾਫਿਕਲ ਡਾਟਾ ਨੂੰ ਐਕਸਟ੍ਰੈਕਟ ਕਰ ਸਕਦੇ ਹਾਂ। ਮਤਲਬ ਆਪਣੇ ਕੋਲ ਡਾਟਾ ਜਿਹੜਾ ਹੈ ਉਹ ਇਸ ਟਾਈਮ ਤੇ ਇੱਕ ਗ੍ਰਾਫ ਦੀ ਫਾਰਮ 'ਚ ਹੈ। ਉਹ ਗ੍ਰਾਫ ਕੀ ਹੈ, ਆਪਣੇ ਕੋਲ ਪਾਈ ਚਾਰਟ ਦਿੱਤਾ ਹੋਇਆ था, ਉਹਦੇ ਵਿੱਚ ਦੱਸਿਆ ਗਿਆ था ਕਿ ਆਪਣੇ ਕੋਲ
इस पाई चार्ट ਦੇ ਟੋਟਲ ਨੰਬਰ ਆਫ ਪੈਸੇਂਜਰਸ ਨੇ 6 ਡਿਫਰੈਂਟ ਟ੍ਰੇਨਸ ਚ, ਉਹ ਕਿੰਨੇ ਨੇ 4800 ਨੇ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਪਰਸੈਂਟੇਜ ਵਾਈਜ਼ ਡਾਟਾ ਡਿਸਟ੍ਰੀਬਿਊਟ ਕੀਤਾ ਗਿਆ ਕਿ ਟ੍ਰੇਨ A B C D ਚ ਵੱਖ-ਵੱਖ ਟ੍ਰੇਨਾਂ ਚ ਡਾਟਾ ਕਿਵੇਂ ਪੈਸੇਂਜਰ ਜਾ ਰਹੇ ਨੇ। ਤਾਂ ਉਸ ਦੇ ਵਿੱਚ ਆਪਾਂ ਨੇ ਕੀਤਾ, ਸਭ ਤੋਂ ਪਹਿਲਾਂ ਡਾਟਾ ਐਕਸਟ੍ਰੈਕਟ ਕੀਤਾ, ਮਤਲਬ ਆਪਣੇ ਕੋਲ ਜਿਹੜੀ ਟੋਟਲ ਪਰਸੈਂਟੇਜ ਸੀ ਜਿਵੇਂ A B C ਦੀ D E F ਦੀ, ਉਸ ਦੇ ਅਕੋਰਡਿੰਗਲੀ ਆਪਾਂ ਡਾਟਾ ਡਿਸਟ੍ਰੀਬਿਊਟ ਕਰ ਲਿਆ। ਹੁਣ ਇਹ ਡਾਟਾ ਆ ਗਿਆ ਟ੍ਰੇਨ A ਦਾ, B ਦਾ, C ਦਾ, D ਦਾ, E ਦਾ, F ਦਾ। ਤਾਂ ਆਪਣੇ ਕੋਲ ਪੁੱਛਿਆ ਕੀ ਥਾ, ਆਪਣੇ ਕੋਲ ਪਹਿਲਾ ਕੁਐਸਚਨ ਪੁੱਛਿਆ था ਕਿ ਐਵਰੇਜ ਦੱਸਣੀ थी A C ਤੇ F ਦੀ। ਤਾਂ ਆਪਾਂ A C ਤੇ F ਪਲੱਸ ਕਰਕੇ ਡਿਵਾਈਡ ਬਾਈ 3 ਕਰਤਾ था, ਉੱਥੋਂ ਐਵਰੇਜ ਆ ਗਈ ਥੀ। ਇਸ ਕੁਐਸਚਨ ਪੁੱਛਿਆ ਕਿ ਜਿਹੜੇ ਟ੍ਰੇਨ B ਤੇ ਜਿਹੜੇ ਟ੍ਰੇਨ E ਦੇ ਪੈਸੇਂਜਰਸ ਨੇ ਉਹ ਕਿੰਨਾ ਪਰਸੈਂਟ ਨੇ B ਤੇ D ਦੇ ਟੂਗੇਦਰ। ਤਾਂ B ਤੇ D ਦੇ ਟੂਗੇਦਰ ਪੁੱਛੇ ਨੇ, ਤਾਂ ਆਪਾਂ ਕੀ ਕੀਤਾ, ਪਹਿਲਾਂ B ਤੇ D ਐਡ ਕਰ ਲਿਆ, ਫਿਰ ਟ੍ਰੇਨ E ਦੇ ਪੈਸੇਂਜਰ ਦੇਖ ਲਏ ਕਿੰਨੇ ਹੈ, ਦੈਨ ਪਰਸੈਂਟੇਜ ਪੁੱਛੀ थी E ਵਿਦ ਰਿਸਪੈਕਟ ਟੂ BD, ਤਾਂ ਆਪਾਂ EL ਲਿਖ ਲਏ, ਫਿਰ ਆਪਾਂ BDL ਲਿਖ ਲਏ, ਇਨਟੂ 100 ਕਰਤਾ, ਵੀ ਵਿਲ ਗੈਟ ਦ ਰਾਈਟ ਆंसर। ਸੋ ਇਸ ਤਰੀਕੇ ਨਾਲ ਆਪਣੇ ਕੋਲ ਆंसर ਆ ਗਏ थे। ਸੋ ਕਹਿਣ ਦਾ ਮੀਨਿੰਗ ਕਿਆ, ਤੇ ਆਪਣੇ ਕੋਲ ਅਗਰ ਡਾਟਾ ਆਂਦਾ ਹੈ ਗ੍ਰਾਫ ਦੀ ਫਾਰਮ ਚ, ਤਾਂ ਆਪਾਂ ਇਸ ਤਰ੍ਹਾਂ ਐਕਸਟ੍ਰੈਕਟ ਕਰ ਸਕਦੇ ਹਾਂ। ਠੀਕ ਹੈ ਜੀ, ਹੋਪਫੁਲੀ ਸਮਝ ਆ ਗਿਆ ਸਭ ਨੂੰ। ਪਲੀਜ਼ ਕਲਾਸ ਆਫਲਾਈਨ ਕੋਈ ਡਾਊਟ ਹੈ ਕਿਸੇ ਨੂੰ ਬੇਟਾ? ਸਭ ਨੂੰ ਓਕੇ ਹੈ? ਦੇਖ ਲਓ ਕਿਸੇ ਨੂੰ ਡਾਊਟ ਹੈ, ਆਨਲਾइन ਕੋਈ ਹੈ ਡਾਊਟ ਤਾਂ ਦੇਖ ਲਓ, ਪੁੱਛ ਸਕਦੇ ਹੋ ਬੇਟਾ ਕਿਸੇ ਨੂੰ ਹੈ ਤਾਂ। ਇਹ ਸਿੰਪਲ ਇੱਕ ਐਗਜ਼ਾਮਪਲ ਹੀ ਕੀਤੀ ਹੈ ਆਪਾਂ ਨੇ ਕਿ ਹਾਊ ਡਾਟਾ ਡਿਸਟ੍ਰੀਬਿਊਟਡ, ਠੀਕ ਹੈ, ਇਨ ਦਾ ਫਾਰਮ ਆਫ ਗ੍ਰਾਫ, ਉਹਨੂੰ ਆਪਾਂ ਕਿਵੇਂ ਐਕਸਟ੍ਰੈਕਟ ਕਰ ਸਕਦੇ ਹਾਂ। ਹਾਂਜੀ क्लास, किसी ने डाउट है प्लीज दसो इतने तक, फिर अपन नेक्स्ट क्वेश्चन चलिए। ठीक है जी, क्लियर है सबनों? हाँ जी, ऑनलाइन कोई डाउट किसी ਨੂੰ ऑनलाइन ओके बेटा। नेक्स्ट देखो, ਹੁਣ ਆਪਣੇ ਕੋਲ ਇੱਕ PYQ ਆਂਦਾ ਹੈ 2018 ਦੇ ਪੇਪਰ ਦਾ, ਆਪਾਂ ਉਹ ਦੇਖਦੇ ਹਾਂ। ਠੀਕ ਹੈ, ਟੇਬਲ ਦਿੱਤਾ ਗਿਆ ਆਪਾਂ ਨੂੰ, ਟੇਬਲ 'ਚ ਆਪਣੇ ਕੋਲ ਕਹਿੰਦੇ ਕੀ ਦਿੱਤਾ ਗਿਆ, ਧਿਆਨ ਨਾਲ ਸੁਣਨਾ। ਇੱਕ ਟੇਬਲ 'ਚ ਕੰਪੈਰੀਜ਼ਨ ਕੀਤਾ ਗਿਆ ਕਿਸ ਚੀਜ਼ ਦਾ, ਪਲੀਜ਼ ਉਹ ਦੇਖਦੇ ਆ। ਇੱਥੇ ਆਪਣੇ ਕੋਲ ਦੋ ਵਿਲੇजेस ਦਾ ਕੰਪੈਰੀਜ਼ਨ ਕੀਤਾ ਗਿਆ, ਵਿਲੇਜ X ਤੇ ਵਿਲੇਜ Y। ਠੀਕ ਹੈ ਜੀ, ਵਿਲੇਜ X ਤੇ ਵਿਲੇਜ Y, ਦੋ ਵਿਲੇजेस ਦਾ ਕੰਪੈਰੀਜ਼ਨ ਕੀਤਾ ਗਿਆ। ਉਸ ਕੰਪੈਰੀਜ਼ਨ 'ਚ ਕੀ ਕੀਤਾ ਗਿਆ ਇਹ ਆਪਾਂ ਦੇਖਦੇ ਹਾਂ। ਇੱਥੇ ਆਪਾਂ ਨੂੰ ਐਵਰੇਜ ਇਨਕਮ ਦਿੱਤੀ ਗਈ ਹੈ, ਇੱਥੇ ਆਪਾਂ ਨੂੰ ਐਵਰੇਜ ਜਾਂ ਕਹਿ ਲਓ ਮੀਨ ਇਨਕਮ ਦਿੱਤੀ ਗਈ ਹੈ, ਮੀਨ ਜਾਂ ਐਵਰੇਜ ਇਨਕਮ ਦਿੱਤੀ ਗਈ ਹੈ। ਠੀਕ ਹੈ, ਵਿਲੇਜ X ਦੀ ਐਵਰੇਜ ਇਨਕਮ ਹੈ ਜਿਹੜੇ ਇੱਕ ਕਿਸੇ EMPLOYE ਦੀ 1750 ਰੁਪਏ, ਤੇ ਵਿਲੇਜ Y ਦਿੱਤੀ ਗਈ ਹੈ 1860 ਰੁਪਏ। ਸਿਮਿਲਰਲੀ ਆਪਾਂ ਨੂੰ ਸਟੈਂਡਰਡ ਡੇਵੀਏਸ਼ਨ ਦਿੱਤੀ ਗਈ ਹੈ, ਇਹ ਰੁਪੀਸ ਚ ਹੈ ਬੇਟਾ ਸਾਰਾ। ਠੀਕ ਹੈ, ਸਟੈਂਡਰਡ ਡੇਵੀਏਸ਼ਨ ਦਿੱਤੀ ਗਈ ਹੈ, ਉਹ ਦਿੱਤੀ ਗਈ ਹੈ ਉਹਰੇ 100 ਰੁਪੀਸ ਦੀ, ਉਹਰੇ 81 ਦੀ, ਤੇ ਉਹਰੇ ਨੰਬਰ ਆਫ EMPLOYEਜ਼ ਦਿੱਤੇ ਗਏ ਹੈ, ਨੰਬਰ ਆਫ EMPLOYE ਦਿੱਤੇ ਗਏ ਹੈ, ਉਹਰੇ ਦਿੱਤੇ ਗਏ ਹੈ 600 ਤੇ ਉਹਰੇ ਦਿੱਤੇ ਗਏ ਹੈ 500। ਸੋ ਇਹ ਇੱਕ ਡਾਟਾ ਟੇਬਲ ਨੂੰ ਦਿੱਤਾ ਆਪਾਂ ਨੂੰ। ਠੀਕ ਹੈ, ਧਿਆਨ ਨਾਲ ਸਮਝਣਾ ਸਾਰੇ। ਠੀਕ ਹੈ, ਕਹਿੰਦੇ ਕੀ ਕੁਐਸਚਨ ਹੈ PYQ, ਇਹ PPSC ਨੇ ਦਿੱਤਾ ਹੋਇਆ ਆਪਾਂ ਨੂੰ। ਕਹਿੰਦੇ ਡਾਟਾ ਦਿੱਤਾ ਹੋਇਆ ਹੈ ਕਿ ਤੁਹਾਡੇ ਕੋਲ ਕੁਐਸਚਨ ਇਹ ਹੈ ਕਿ ਇਨ ਦਾ ਗਿਵਨ ਕੁਐਸਚਨ, ਸੁਣੋ ਧਿਆਨ ਨਾਲ, ਕਹਿੰਦਾ ਬੇਸਡ ਔਨ ਦਾ ਫੋਲੋਇੰਗ ਡਾਟਾ ਦ ਫੋਲੋਇੰਗ ਆਂਸਰ, ਆਪਾਂ ਆਂਸਰ ਕਰਨਾ ਹੈ ਕਿ ਇਨ ਵਿਲੇਜ ਵਿਚ ਵਿਲੇਜ ਦਾ ਵੇਰੀਏਸ਼ਨ ਇਨ ਇਨਕਮ ਇਜ਼ ਗ੍ਰੇਟਰ। ਐਂਡ ਦੂਜਾ ਪੁੱਛਿਆ ਗਿਆ ਵਾਟ ਇਜ਼ ਦਾ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਆਫ ਵਿਲੇਜ X ਐਂਡ ਵਿਲੇਜ Y ਪੁੱਟ ਟੂਗੇਦਰ। ਮਤਲਬ ਬੇਟਾ ਸਭ ਤੋਂ ਈਜ਼ੀ ਕੁਐਸਚਨ, ਔਰ ਅਗਰ ਦੇਖਿਆ ਜਾਏ ਆਉਣ ਵਾਲੇ ਆਪਣੇ ਐਗਜ਼ਾਮ ਦੇ ਲਈ ਜਿਹਨਾਂ ਹੁਣ PCS ਮੇਨਸ ਜਿਹੜਾ ਲਿਖ ਰਿਹਾ ਹੈ ਉਹਨਾਂ ਲਈ ਕੀ ਇੰਪੋਰਟੈਂਟ ਕੁਐਸਚਨ। ਸੋ ਇਸ ਚ ਪੁੱਛਿਆ ਕੀ ਗਿਆ, ਆਪਣੇ ਕੋਲ ਦਿੱਤਾ ਇਹ ਗਿਆ ਹੈ ਕਿ ਆਪਣੇ ਕੋਲ ਦੋ ਵਿਲੇਜ ਨੇ। ਠੀਕ ਹੈ, ਉਹਨਾਂ ਦੋ ਵਿਲੇजेस ਜਿਹੜੇ ਲੋਕ ਕੰਮ ਕਰਦੇ ਨੇ, ਉਹਨਾਂ ਦੀ ਜਿਹੜੀ ਐਵਰੇਜ ਇਨਕਮ ਹੈ ਉਹ ਕਿੰਨੀ ਹੈ, ਵਿਲੇਜ X ਵਾਲਾ ਦੀ 1750, ਵਿਲੇਜ Y ਵਾਲਾ ਦੀ 1860 ਰੁਪਏ। ਸਟੈਂਡਰਡ ਡੇਵੀਏਸ਼ਨ ਦਿੱਤੀ ਗਈ ਹੈ, X ਦੀ 100, Y ਦੀ 81। ਨੰਬਰ ਆਫ EMPLOYE ਕਿੰਨੇ ਦਿੱਤੇ ਗਏ ਨੇ, ਉਹਰੇ ਨੰਬਰ ਆਫ EMPLOYE ਦਿੱਤੇ ਗਏ ਨੇ 600, ਔਰ ਦਿੱਤੇ ਗਏ ਨੇ 500। ਸੋ ਆਪਣੇ ਤੋਂ ਪੁੱਛਿਆ ਕੀ ਗਿਆ, ਹੁਣ ਆਪਣੇ ਤੋਂ ਪੁੱਛਿਆ ਗਿਆ ਹੈ ਕਿ ਜਿਹੜਾ ਵਿਲੇਜ X ਤੇ ਵਿਲੇਜ Y ਚ ਲੋਕ ਰਹਿੰਦੇ ਨੇ, ਠੀਕ ਹੈ, ਉਹਨਾਂ ਦੇ ਉੱਪਰ ਡਾਟਾ ਪੁੱਛਿਆ ਗਿਆ। ਹੁਣ ਕੁਐਸਚਨ ਇਹ ਹੈ ਪਹਿਲਾ ਅੱਜ ਦਾ, ਇਹਦੇ ਉੱਪਰ PYQ ਆਇਆ ਪੇਪਰ 'ਚ 15 ਮਾਰਕਸ ਦਾ, ਕਿ ਇਨ ਵਿਚ ਵਿਲੇਜ, ਇਨ ਵਿਚ ਵਿਲੇਜ the variation of income is greater। ठीक है, ਇਹ ਪੁੱਛਿਆ ਗਿਆ in which village variation of income is greater। ਤਾਂ ਆਪਾਂ ਕੀ ਕਰਾਂਗੇ, ਇਹਦੇ ਵਾਸਤੇ ਆਪਾਂ ਕੋਐਫੀਸ਼ੀਐਂਟ ਆਫ ਵੇਰੀਏਸ਼ਨ ਕੱਢਾਂਗੇ, ਕੋਐਫੀਸ਼ੀਐਂਟ ਆਫ ਵੇਰੀਏਸ਼ਨ ਕੱਢਾਂਗੇ ਚੈੱਕ ਕਰਨ ਲਈ। ਉਹਦਾ ਫਾਰਮੂਲਾ ਹੁੰਦਾ ਕੋਐਫੀਸ਼ੀਐਂਟ ਆਫ ਵੇਰੀਏਸ਼ਨ ਦਾ, ਸਟੈਂਡਰਡ ਡੇਵੀਏਸ਼ਨ ਸਿਗਮਾ ਬਾਈ ਮੀਨ ਵੈਲਿਊ ਇਨਟੂ 100। ਇਹ ਫਾਰਮੂਲਾ ਆਪਾਂ ਯੂਜ਼ ਕਰਾਂਗੇ ਇਸ ਡਾਟਾ ਤੇ ਚੈੱਕ ਕਰਨ ਲਈ ਕਿ ਵੇਰੀਏਸ਼ਨ ਕਿੱਥੇ ਜ਼ਿਆਦਾ ਕਿੱਥੇ ਘੱਟ ਹੈ। ਜਿੱਥੇ ਵੇਰੀਏਸ਼ਨ ਜ਼ਿਆਦਾ ਘੱਟ ਹੋਏਗੀ, ਹਮੇਸ਼ਾ ਕਦੀ ਵੀ ਵੇਰੀਏਸ਼ਨ ਕੰਪੇਅਰ ਕਰਨੀ ਹੋਏਗੀ ਤਾਂ ਕੋਐਫੀਸ਼ੀਐਂਟ ਆਫ ਵੇਰੀਏਸ਼ਨ ਦਾ ਫਾਰਮੂਲਾ ਆਏਗਾ, ਜੋ ਕਿ ਕੀ ਹੈ, ਸਿਗਮਾ। ਸਿਗਮਾ ਸਟੈਂਡ ਫॉर व्हाट, ਆਪਣੇ ਕੋਲ ਸਿਗਮਾ ਸਟੈਂਡ ਕਰਦਾ ਇੱਥੇ
स्टैंडर्ड डेविएशन नो x बार मीन 100 ਦੀ ਵੈਲਿਊ ਹੈ ਤਾਂ ਆਪਣੇ ਕੋਲ ਅਗਰ ਆਪਾਂ ਵਿਲੇਜ x ਲਈ ਦੇਖੀਏ ਸਭ ਤੋਂ ਪਹਿਲਾਂ ਵਿਲੇਜ x ਲਈ ਦੇਖੀਏ ਤਾਂ ਕੋਫੀਸ਼ੀਐਂਟ ਆਫ ਵੇਰੀਏਸ਼ਨ x ਦੀ ਆ ਜਾਏਗੀ ਸਟੈਂਡਰਡ ਡੇਵੀਏਸ਼ਨ ਕਿੰਨੀ ਦਿੱਤੀ ਗਈ ਆਪਾਂ ਨੂੰ ਉਰੇ x ਦੀ 100 ਮੀਨ ਦਿੱਤਾ ਗਿਆ ਆਪਣੇ ਕੋਲ ਮੀਨ ਹੈ 1750 ਇਨਟੂ ਅਗੇਨ 100 am I right to all ठीक है जी एक जीरो कैंसिल हो जाएगी ये रहेगा 1000 बाय 175 ਨੂੰ डिवाइड कर ਲਾਂਗੇ आंसर आ जाएगा 5.71% ਸੋ ਕੋਫੀਸ਼ੀਐਂਟ ਆਫ ਵੇਰੀਏਸ਼ਨ ਜਿਹੜੀ ਆਏਗੀ ਵਿਲੇਜ x ਦੀ ਉਹ ਤੁਹਾਡੇ ਕੋਲ ਅੱਗੇ ਆ ਗਈ ਹੈ ਸੋ ਕਦੇ ਵੀ ਕੋਫੀਸ਼ੀਐਂਟ ਆਫ ਵੇਰੀਏਸ਼ਨ ਕੱਢਣੀ ਹੈ ਜਾਂ ਆਪਾਂ ਨੇ ਦੱਸਣਾ ਕਿ ਕਿੱਥੇ ਵੇਰੀਏਸ਼ਨ ਜ਼ਿਆਦੇ ਆ ਤਾਂ ਉਹਦੇ ਲਈ ਕੋਫੀਸ਼ੀਐਂਟ ਵੇਰੀਏਸ਼ਨ ਕੱਢਦੇ ਹੁੰਦੇ ਆ ਤਾਂ ਉਹਦੇ ਵਾਸਤੇ ਪਹਿਲਾ ਡਾਟਾ ਦਿੱਤਾ ਗਿਆ ਹੈ ਪੀਵਾਈਕਿਊ ਕੁਐਸਚਨ ਹੈ ਬੇਟਾ ਧਿਆਨ ਨਾਲ ਸਮਝ ਲਓ ਪੀਪੀਐਸ ਨੇ ਪਹਿਲਾਂ ਪਾਇਆ ਹੋਇਆ ਇਸ ਦਾ ਦੁਬਾਰਾ ਕੁਐਸਚਨ ਆਸਦਾ ਕਿ ਇਨ ਵਿਚ ਵਿਲੇਜ ਦਾ ਵੇਰੀਏਸ਼ਨ ਆਫ ਇਨਕਮ ਇਜ਼ ਗ੍ਰੇਟਰ ਦਾ ਵੇਰੀਏਸ਼ਨ ਆਫ ਇਨਕਮ ਇਜ਼ ਗ੍ਰੇਟਰ ਇਹ ਪੁੱਛਿਆ ਗਿਆ ਠੀਕ ਹੈ ਕੋਈ ਗੱਲ ਨਹੀਂ ਪੁੱਛਿਆ ਗਿਆ ਤਾਂ ਆਪਾਂ ਕੱਢ ਲਾਂਗੇ ਕੋਫੀਸ਼ੀਐਂਟ ਆਫ ਵੇਰੀਏਸ਼ਨ ਦਾ ਫਾਰਮੂਲਾ ਕੋਫੀਸ਼ੀਐਂਟ ਆਫ ਵੇਰੀਏਸ਼ਨ ਦਾ ਫਾਰਮੂਲਾ ਕੀ ਹੈ सिग्मा सिग्मा स्टैंड फॉर स्टैंडर्ड डेविएशन ठीक है बाय x बार स्टैंड फॉर मीन इनटू 100 इसी तरह ਆਪਾਂ ਕੋਫੀਸ਼ੀਐਂਟ ਆਫ ਵੇਰੀਏਸ਼ਨ ਆਪਾਂ ਵਿਲੇਜ x ਦਾ ਕੱਢਿਆ ਹੁਣ ਕੋਫੀਸ਼ੀਐਂਟ ਆਫ ਵੇਰੀਏਸ਼ਨ ਵਿਲੇਜ y ਦਾ ਕੱਢਾਂਗੇ ਵਿਲੇਜ y ਦੀ ਜਿਹੜੀ ਸਟੈਂਡਰਡ ਡੇਵੀਏਸ਼ਨ ਹੈ 81 ਠੀਕ ਹੈ ਇੱਥੇ 1860 ਇਨਟੂ 100 ਠੀਕ ਹੈ ਜੀ ਫਾਰਮੂਲਾ ਦੇ ਅਕੋਰਡਿੰਗ ਕੱਟ ਗਿਆ ਆਪਣੇ ਕੋਲ 810 810 डिवाइड बाय 186 ਕਰਾਂਗੇ ਆਪਾਂ 810 डिवाइड बाय 186 ਕਰਨਾ ਕਲਾਸ ਪਰਸੈਂਟੇਜ ਡਿਵਾਈਡ ਕਰੋ ਲਾ ਠੀਕ ਹੈ ਜੀ ਜੇ ਤੁਸੀਂ ਡਿਵਾਈਡ ਕਰਦੇ ਹੋ ਤਾਂ ਆਨਸਰ ਆਉਂਦਾ ਹੈ ਆਪਣੇ ਕੋਲ 4.35% ਚੈੱਕ ਕਰੋ ਕਲਾਸ ਆਫਲਾਈਨ ਆਨਲਾਈਨ ਕੋਈ ਡਾਊਟ ਹੈ ਕਿਸੇ ਨੂੰ ਬੋਲ ਸਕਦੇ ਹੋ ਠੀਕ ਹੈ ਨਾਓ ਇਥੋਂ ਕਨਕਲੂਜਨ ਕੀ ਨਿਕਲਦਾ ਹੈ ਕੋਫੀਸ਼ੀਐਂਟ ਵੇਰੀਏਸ਼ਨ ਕਿਹਦਾ ਆਇਆ ਹੈ ਸਾਡੇ ਸਾਹਮਣੇ ਆ ਕੋਫੀਸ਼ੀਐਂਟ ਵੇਰੀਏਸ਼ਨ x ਦਾ ਹੈ 5.71 ਕੋਫੀਸ਼ੀਐਂਟ ਵੇਰੀਏਸ਼ਨ y ਦਾ ਹੈ 4.35 ਤਾਂ ਆਬਵੀਅਸ ਗੱਲ ਹੈ ਕੋਫੀਸ਼ੀਐਂਟ ਵੇਰੀਏਸ਼ਨ ਕਿਹਦਾ ਜ਼ਿਆਦਾ ਹੈ x ਦਾ ਤਾਂ ਇਨਕਮ ਦੀ ਜਿਹੜੀ ਵੇਰੀਏਸ਼ਨ ਕਿੱਥੇ ਜ਼ਿਆਦਾ ਹੋਏਗੀ x ਚ ਸਿੰਪਲ ठीक है सो इन शॉर्ट कहने का मीनिंग अगर आप इतने कंपेयर करिए कोफिशिएंट ऑफ वेरिएशन x का ज्यादा है किस तो कोफिशिएंट ऑफ वेरिएशन y तो सो वी कैन से दैट ਜਿਹੜੀ ਇਨਕਮ ਵੇਰੀਏਸ਼ਨ ਹੈ ਉਹ x ਦੀ ਜ਼ਿਆਦਾ ਹੋਏਗੀ y ਤੋਂ ਇਹ ਕਨਕਲੂਜਨ ਨਿਕਲਦਾ ਆਪਣਾ ਸੋ ਆਪਣੇ ਕੋਲੇ ਕੁਐਸਚਨ ਆਇਆ ਹੈ ਪੇਪਰ 'ਚ ਕਿ ਠੀਕ ਹੈ ਆਪਾਂ ਨੇ ਦੱਸਣਾ था कि ਕੋਫੀਸ਼ੀਐਂਟ ਵੇਰੀਏਸ਼ਨ ਕੀ ਹੈ ਪਹਿਲਾ ਪਾर्ट ਹੈ ਦੋ ਪਾर्ट ਪੁੱਛੇ ਇਸ ਕੁਐਸਚਨ ਦੇ ਤਾਂ ਅਗਰ ਆਪਣੇ ਕੋਲ ਕਦੇ ਵੀ ਇਸ ਤਰ੍ਹਾਂ ਪੁੱਛਦੇ ਨੇ ਕਿ ਕਿੱਥੇ ਵੇਰੀਏਸ਼ਨ ਜ਼ਿਆਦਾ ਹੋਏਗੀ ਤਾਂ ਸਿੰਪਲ ਕੀ ਕਰਨਾ ਤੁਸੀਂ ਸਿੰਪਲ ਕਰਨਾ ਹੈ ਸੌਰੀ ਸਿੰਪਲ ਤੁਸੀਂ ਕਰਨਾ ਹੈ ਪਹਿਲਾਂ x ਦਾ ਕੋਫੀਸ਼ੀਐਂਟ ਵੇਰੀਏਸ਼ਨ ਕੱਢ ਦੇਣਾ ਹੈ ਫਿਰ y ਦਾ ਕਈ ਵਾਰ ਤੀਜਾ ਡਾਟਾ ਹੁੰਦਾ z ਦਾ ਤਿੰਨਾਂ ਦਾ ਕੱਢ ਕੇ ਤੁਸੀਂ ਕੰਪੇਅਰ ਕਰ ਲਓ ਜਿੱਥੇ ਜ਼ਿਆਦਾ ਵੈਲਿਊ ਆਏਗੀ ਕੋਫੀਸ਼ੀਐਂਟ ਵੇਰੀਏਸ਼ਨ ਦੀ ਉੱਥੇ ਵੇਰੀਏਸ਼ਨ ਜ਼ਿਆਦਾ ਹੋਏਗੀ ਸਿੰਪਲ ਹੋਪਫੁਲੀ ਸਮਝ ਆ ਗਿਆ ਸਭ ਨੂੰ ਤਾਂ ਪਲੀਜ਼ ਕਿਸੇ ਡਾਊਟ ਹੈ ਬੋਲ ਸਕਦੇ ਹੋ ਇਸ ਕੁਐਸਚਨ 'ਚ ਹਾਲ ਤੱਕ ਕੋਈ ਡਾਊਟ ਹੈ ਕੋਈ ਆਪਾਂ ਨੂੰ ਦਿੱਤਾ ਕੀ ਹੋਇਆ ਥਾ ਆਪਾਂ ਨੂੰ ਦਿੱਤਾ ਹੋਇਆ ਥਾ ਇੱਕ ਚਾਰਟ ਦਿੱਤਾ ਹੋਇਆ ਹੈ ਟੈਬੂਲਰ ਫਾਰਮ ਦੇ ਵਿੱਚ ਡਾਟਾ ਦਿੱਤਾ ਹੈ ਗ੍ਰਾਫ कि ठीक है एक विलेज x है एक विलेज y है विलेज x ਦੇ ਵਿੱਚ ਜਿਹੜੀ ਇੰਕਰੀਜ਼ ਹੋਈ ਹੈ ਇਨਕਮ ਉਹ 1750 ਵਿलेज y ਚ ਹੋਈ ਹੈ 1860 स्टैंडर्ड डेविएशन और 100 है और 81 और नंबर ऑफ एम्प्लॉइज 600 है और 50 सॉरी 500 ठीक है जी ਆਪਾਂ ਵੇਰੀਏਸ਼ਨ ਦੱਸ ਲਈ ਦੂਜਾ ਆਪਣੇ ਤੋਂ ਪੁੱਛਿਆ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਠੀਕ ਹੈ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਕੱਢਣ ਦੇ ਲਈ ਆਪਣੇ ਕੋਲ ਫਾਰਮੂਲਾ ਹੈ ਮੈਂ ਦੱਸਦਾ ਉਸ ਤੋਂ ਅੱਗੇ ਚੱਲਦੇ ਹਾਂ ਸੋ ਹੋਪਫੁਲੀ ਇਹ ਸਭ ਸਮਝ ਆ ਗਿਆ ਬੋਰਡ ਤੇ ਜੋ ਲਿਖਿਆ ਠੀਕ ਹੈ ਜੀ ਹਾਂਜੀ ਇसी डाटा ਦੇ ਉੱਪਰ देखो ਹੁਣ ਆਪਾਂ ਨੇ ਕੱਢਣਾ ਹੈ ਤੇ ਪਲੀਜ਼ ਨੋਟ ਕਰ ਲਓ ਪਹਿਲਾਂ ਕਲਾਸ ਨੋਟ ਕਰ ਲਓ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਲਓ ਇਹ ਨੋਟ ਕਰ ਲਓ ਇੱਕ ਮਿੰਟ ਲਈ ਹਾਂਜੀ ਹਾਂਜੀ ਕਰ ਲਓ ਪਲੀਜ਼ ਕਰ ਲਓ ਜਲਦਬਾਜ਼ੀ ਨੂੰ ਇਸ ਗੱਲ 'ਚ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਸਮਝ ਆ ਗਿਆ ਰਾਜੇ ਹੀਰਾ ਓਕੇ ਜੀ ਜਿੰਨਾ ਬੋਰਡ ਤੇ ਲਿਖਿਆ ਪ੍ਰੀਤ ਇਹ ਸਮਝ ਆਇਆ ਰਾਜੇ ਦੇਖੋ ਕੋਈ ਡਾਊਟ ਹੈ ਇਸ ਤੇ ਰਿਗਾਰਡਿੰਗ ਜੋ ਬੋਰਡ ਤੇ ਲਿਖਿਆ ਹੈ ਤਾਂ ਦੱਸ ਸਕਦੇ ਹੋ ਪਲੀਜ਼ ਹਾਂਜੀ ਫਸਟ ਕਲਾਸ ਸਟਾਰਟ ਕਰਨਾ ਪੈਣਾ ਹੈ ਤੁਸੀਂ ਜਿਹੜਾ ਪੰਜਾਬ ਪੀਸੀਐਸ ਲਾਂਚਪੈਡ ਦਾ ਚੈਨਲ ਹੈ ਨਾ ਉਸ ਦੇ ਉੱਪਰ ਸਾਰੀ ਵੀਡੀਓਜ਼ ਨੇ ਉਸ ਚ ਮੀਨ ਮੀਡੀਅਨ ਮੋਡ ਜੋ ਆਪਾਂ ਨੂੰ ਰਿਕੁਆਇਰਮੈਂਟ ਹੈ ਵੇਰੀਐਂਸ ਸਟੈਂਡਰਡ ਡੇਵੀਏਸ਼ਨ ਸਾਰਾ ਕੁਝ ਪ੍ਰੀਤ ਪਹਿਲੇ ਲਿਖਿਆ ਹੋਇਆ ਆਲਰੇਡੀ ਉੱਥੇ ਸਾਰਾ ਕੁਝ ਐਕਸਪਲੇਨਡ ਹੈ ਠੀਕ ਹੈ ਓਕੇ ਜੀ ਓਕੇ ਫਿਰ ਤੁਹਾਨੂੰ ਬੇਸਿਕ ਆਂਦਾ ਹੋਊਗਾ ਥੋੜਾ ਜਿਹਾ ਜੇ ਬਟ ਫਿਰ ਵੀ ਇੱਕ ਵਾਰ ਨਾ ਤੁਸੀਂ ਜਿੰਨੀਆਂ ਵੀਡੀਓਜ਼ ਅਸੀਂ ਪਾਈਆਂ ਨੇ ਇੱਕ ਵਾਰੀ ਉਹ ਵੀਡੀਓਜ਼ ਨੂੰ ਸਕਰੋਲ ਕਰ ਲਓ ਇੱਕ ਵਾਰ ਚੈੱਕ ਕਰ ਲਓ ਤੁਹਾਨੂੰ ਉਸ 'ਚ ਸਾਰਾ ਪੀਵਾਈਕਿਊ ਉਹ ਸਾਰਾ ਜਿੰਨਾ ਵੀ ਕੁਐਸਚਨ ਆਏ ਨੇ ਜਾਂ ਜਿਵੇਂ ਦੇ ਕੁਐਸਚਨ ਆ ਸਕਦੇ ਨੇ ਅਸੀਂ ਡਿਸਕਸ ਕੀਤੇ ਨੇ ਬਹੁਤ ਡਿਟੇਲ 'ਚ ਇੱਕ ਇੱਕ ਟਾਈਪ ਤੇ ਅਸੀਂ ਦੋ ਦੋ ਤਿੰਨ ਤਿੰਨ ਕੁਐਸਚਨ ਕੀਤੇ ਨੇ ਉਹ ਇੱਕ ਵਾਰੀ ਵੀਡੀਓਜ਼ ਲਗਾ ਲਓ
थोड़ा सारा क्लियर हो जाना, ਤੁਹਾਨੂੰ ਕੋਈ ਹੋਰ ਰਿਸੋਰਸ ਦੀ ਲੋੜ ਨਹੀਂ ਪੈਣੀ। ਬਸ ਜਿੰਨਾ ਅਸੀਂ ਕੀਤਾ ਹੋਇਆ ਵੀਡੀਓ ਚ ਕਵਰ ਪਹਿਲੀਆਂ 10 ਉੱਥੇ ਕਵਰ ਕਰ ਲਓ, ਇੱਕ ਵਾਰੀ ਉਹ ਕਵਰ ਹੋ ਜਾਊਗਾ। ਤੇ ਅੱਜ ਦੀ ਕਲਾਸ ਤੁਸੀਂ ਕਰੀ ਰਹੇ ਹੋ ਕੰਟੀਨਿਊ। ਦੇਖੋ ਅੱਜ ਦਾ ਜੋ ਲਿਖਿਆ ਬੋਰਡ ਤੇ ਸਮਝ ਆਇਆ ਤੁਹਾਨੂੰ ਕੁਐਸਚਨ ਚੰਗੀ ਤਰ੍ਹਾਂ? ਹਾਂਜੀ ਠੀਕ ਹੈ, ਗੁੱਡ, ਓਕੇ ਬੱਚੇ। ਠੀਕ ਹੈ ਜੀ। ਸੋ ਇਹ ਤੁਹਾਨੂੰ ਬਹੁਤ ਹੈਲਪ ਕਰੂਗਾ, ਇਹ ਜਿਹੜਾ ਕੁਐਸਚਨ ਕਰ ਰਹੇ ਆ ਵੀ ਇਹ ਵੀ ਪੀਪੀਐਸਸੀ ਨੇ ਪਾਇਆ ਹੋਇਆ ਇੱਕ ਪੇਪਰ 'ਚ, ਉਸੇ ਦਾ ਪਤਾ ਬਤਾ ਦਿੱਤੇ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਅਗਲਾ ਪਾਰਟ ਕਰਦੇ ਇਹਦਾ। ਹਾਂਜੀ, ਈਸੀ ਡਾਟਾ ਦਾ ਨੈਕਸਟ ਪਾਰਟ ਪੁੱਛਿਆ। ਹੁਣ ਨੈਕਸਟ ਪਾਰਟ ਉਹਨਾਂ ਕੀ ਪੁੱਛਿਆ ਉਹ ਦੇਖਦੇ ਹਾਂ ਕਲਾਸ। ਨੈਕਸਟ ਪਾਰਟ ਉਹਨਾਂ ਪੁੱਛਿਆ ਕਿ ਕੈਲਕੂਲੇਟ ਕਰੋ ਕੰਬਾइंड, कैलकुलेट करनी है कंबाइंड स्टैंडर्ड डेविएशन ऑफ विलेज एक्स एंड वाई। विलेज एक्स ਤੇ वाई ਦੀ ਕੰਬਾਈਨਡ स्टैंडर्ड डेविएशन कैलकुलेट करनी है, ਜਿਹਦਾ ਫਾਰਮੂਲਾ ਹੈ, प्लीज ध्यान ਨਾਲ सुनना। ਕੰਬਾਈਨਡ ਦਾ ਫਾਰਮੂਲਾ ਹੈ, ਪਹਿਲਾਂ ਆਪਾਂ ਵੇਰੀਐਂਸ ਕੱਢ ਦਈਏ, ਪਹਿਲਾਂ ਆਪਾਂ ਵੇਰੀਐਂਸ ਕੱਢ ਲੈਂਦੇ ਆ, ਫਿਰ ਦਾ ਰੂਪ ਕਰ ਲਾਂਗੇ। ਕੰਬਾਈਨਡ ਦਾ ਵੇਰੀਐਂਸ ਦਾ ਫਾਰਮੂਲਾ ਹੈ n1 ਨੰਬਰ ਆਫ ਆਬਜ਼ਰਵੇਸ਼ਨ ਪਹਿਲੇ ਚ, सिग्मा 1 पहले का वेरिएंस, ठीक है, प्लस एक्स बार माइनस एक्स सी का होल स्क्वायर, ठीक है जी, प्लस n2 सिग्मा 2 का स्क्वायर प्लस x2 द मीन माइनस एक्स सी द स्क्वायर डिवाइड बाय n1 प्लस n2। ਇਹ ਯਾਦ ਰੱਖਣਾ ਪੈਣਾ ਬੱਚੋ। ਜੇ ਆਪਾਂ ਕਦੇ ਵੀ ਕੰਬਾਈਨਡ ਮੀਨ ਕੱਢ ਰਹੇ ਹਾਂ, ਵੇਰੀਐਂਸ ਕੱਢ ਰਹੇ ਹਾਂ, ਤਾਂ ਫਾਰਮੂਲਾ ਥੋੜਾ ਜਿਹਾ ਅਲੱਗ ਹੈ, ਥੋੜਾ ਬੜਾ ਫਾਰਮੂਲਾ ਯਾਦ ਰੱਖਣਾ ਪਏਗਾ। ਔਰ ਇਹ ਕੰਬਾਈਨਡ ਵੇਰੀਐਂਸ ਦਾ ਫਾਰਮੂਲਾ ਹੈ n1 सिग्मा 1। सिग्मा 1 ਹੁੰਦਾ ਹੈ, ਅਗਰ ਆਪਾਂ ਸਿਗਮਾ ਦੇਖੀਏ ਸਟੈਂਡਰਡ ਡਿਵੀਜ਼ਨ, ਸਿਗਮਾ 1 ਦਾ ਸਕੁਅਰ ਕਰ ਦਈਏ ਤਾਂ ਵੇਰੀਐਂਸ n1 सिग्मा 1 ਦਾ ਸਕੁਅਰ, x1 ਫਸਟ ਮੀਨ x ਦਾ ਹੋਲ ਸਕੁਅਰ, n2 सिग्मा ਸਕੁਅਰ 2 x2 माइनस x का होल स्क्वायर। सो ये फॉर्मूला अपन याद रखना पड़ेगा। एक कंबाइंड वेरिएंस का फॉर्मूला है, अगर आप वेरिएंस करना है, पर इतने अपने को एक चीज मिसिंग है, दैट इज एक्स सी मिसिंग है। तो पहले अपन एक्स सी कटनी पैनी, ठीक है जी। सब तो पहले अपन एक्स सी कटांगे, तो अपने को क्योंकि सिग्मा 1 हैगा, बिल्कुल हैगा आ रहा है, हाँ सिग्मा 1 हैगा, सिग्मा 2 हैगा, मीन 1 हैगा, मीन 2 हैगा, मतलब एक n1 भी हैगा, ये नंबर ऑफ एम्प्लॉइज भी हैगे, ठीक है, मीन भी हैगा। सो अपने को सब कुछ है, अपने को लेकिन एक्स सी नहीं हैगा। पहले आप एक्स सी कट लिए, तो एक्स सी कटने का फॉर्मूला है, अगर आप गल करते हैं वो सिंपल फॉर्मूला कंबाइंड मीन दा n1 x1, ठीक है जी, प्लस n2 x2 डिवाइड बाय n1 प्लस n2। सो अपने को n1 हैगा, अपने को लिस्ट देखो, n1 हैगा 600, ठीक है जी, ते n2 हैगा 500, मीन 1 हैगा अपने को 1750, 1750 ਤੇ ਮੀਨ 2 ਆਪਣੇ ਕੋਲ ਹੈਗਾ, ਅਗਰ ਆਪਾਂ ਗੱਲ ਕਰੀਏ 1860, ਇਸ ਤਰ੍ਹਾਂ डिवाइड बाय n1 इनटू n1 नंबर ऑफ एम्प्लॉय 600 प्लस 500। सो इन्हों पर कैलकुलेट कर लिए अगर ਆਪਾਂ ਤੇ ਟੋਟਲ ਆਂਦਾ ਹੈ, ਇਹ ਟੋਟਲ ਆਏਗਾ ਸਾਰਾ ਕਰਕੇ, ਮੈਂ ਕੀਤੀ ਕੈਲਕੂਲੇਸ਼ਨ 198 जीरोस एंड डिवाइड बाय 1100, तो दो जीरो पहला कट गया, तो आंसर आ रहा है 1800। प्लीज चेक करना कैलकुलेशंस क्लास, मैं की थी कैलकुलेशन से सॉल्व, ये भी पीवाईक्यू ही है। इस की दिता होया ਆਪਾਂ ਨੂੰ, ਇਸ ਚ ਆਪਣੇ ਕੋਲ ਫਾਰਮੂਲਾ ਹੈ ਕੰਬਾਈਨਡ ਵੇਰੀਐਂਸ ਦਾ, ਜੋ ਕਿ ਹੈ n1 सिग्मा 1 स्क्वायर x1 माइनस x ਦਾ ਹੋਲ ਸਕੁਅਰ, n2 सिग्मा 2 ਦਾ ਸਕੁਅਰ, x2 माइनस x ਦਾ ਹੋਲ ਸਕੁਅਰ, ਠੀਕ ਹੈ ਜੀ। ਤਾਂ ਉਹਦੇ ਲਈ ਆਪਾਂ ਨੂੰ ਕੀ ਜ਼ਰੂਰੀ ਹੈ, ਆਪਣੇ ਕੋਲ n1 ਆਲरेडी है, आर नंबर ऑफ एम्प्लॉय, n2 है ऑलरेडी, ठीक है, सिग्मा 1 है, सिग्मा 1 सिग्मा 2 है, x1 x2 मीन ਦੀ ਵੈਲਿਊ ਹੈਗੀ ਹੈ, ਵੀ ਆਰ ਜਸਟ ਲੈਫਟ ਵਿਦ ਕੰਬਾਈਨਡ ਮੀਨ। ਕੰਬਾਈਨਡ ਮੀਨ ਕੱਢਣ ਦਾ ਫਾਰਮੂਲਾ ਹੁੰਦਾ ਹੈ n1 x1 plus n2 x2 divided by n1 plus n2। n1 ਕਿੰਨਾ ਆਪਣੇ ਕੋਲ, ਕਿੰਨੇ ਨੰਬਰ ਆਫ EMPLOYE ਨੇ n1 ਚ 600, ਇੱਥੇ n2 ਚ ਕਿੰਨੇ EMPLOYE ਨੇ 500। ਇੱਥੇ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ n1 plus n2, 600 ਤੇ 500 1100, ਇਹਨੂੰ ਮਲਟੀਪਲਾਈ ਕਰਕੇ ਡਿਵਾਈਡ ਕੀਤਾ, ਸੋ ਆਪਣੇ ਕੋਲ ਆंसर ਆ ਗਿਆ 1800 which is combined mean। ठीक है जी, प्लीज चेक करने तक समझ आ गया? हाँ जी प्लीज चेक करो, देखो बच्चे समझ आ गई? हाँ जी ओके जी। सो ये अपने को कंबाइंड मीन आ गया। ਹੁਣ ਆਪਣੇ ਕੋਲ ਸਾਰੀ ਵੈਲਿਊਜ਼ ਹੈਗੀਆਂ ਨੇ, ਜਸਟ ਆਪਾਂ ਇੱਕ ਟੇਬਲ 'ਚ ਫਿਲ ਕਰਨੀ ਹੈ ਵੈਲਿਊਜ਼ ਐਂਡ ਵੀ ਵਿਲ ਗੈਟ ਦਾ ਡਿਜ਼ਾਇਰਡ ਰਿਜ਼ਲਟ। ਚਲੋ आओ फिल करके करिए, पहला वेरिएंस कटिए, फिर ਦਾ मीन ਆਊਗਾ, ठीक है जी। सो पहली वैल्यू n1, n1 कितना है क्लास, सॉरी n1 ਦਿੱਤਾ ਹੋਇਆ है
600 सिग्मा 1 ਦਾ ਸਕੁਅਰ ਇਹ ਸਿਗਮਾ 1 ਤਾਂ ਕੱਲਾ ਇਹਦਾ ਸਕੁਅਰ ਕਰੋਗੇ ਓਬਵੀਅਸ ਗੱਲ ਹੈ 100 ਦਾ ਸਕੁਅਰ ਹੋ ਜਾਏਗਾ ਪਲੱਸ ਸਿਗਮਾ ਮੀਨ 1 ਆਪਣੇ ਕੋਲ ਹੈਗਾ 1750 ਮਾਈਨਸ ਕੰਬਾਈਨਡ ਮੀਨ 1800 ਦਾ ਹੋਲ ਸਕੁਅਰ ਬ੍ਰੈਕਟ ਕਲੋਜ਼ ਠੀਕ ਹੈ ਜੀ प्लस n2 अपने को कितना है 500 n2 500 इतना होया सिग्मा 2 ਦਾ ਸਕੁਅਰ सिग्मा 2 81 ਦਾ ਸਕੁਅਰ प्लस देन x2 मीन 2 ਦਿੱਤਾ ਹੋਇਆ 1860 माइनस कंबाइंड मीन 1800 ਦਾ होल स्क्वायर ब्रैकेट क्लोज डिवाइड बाय n1 plus n2 कितने एम्प्लॉई है नंबर ऑफ एम्प्लॉई 600 दूसरे कितने हैं 500 सो जस्ट डाटा फिल किया है थोड़ा फॉर्मूला याद करने वाली चीज है और कुछ भी नहीं है अगर देखे बहुत ध्यान की कैलकुलेशन कर लेंगे हम आप ਇੱਥੇ ਆ ਜਾਊਗਾ 600 100 ਦਾ ਸਕੁਅਰ ਕਰਾਂਗੇ 10000 ਆ ਜਾਏਗਾ प्लस 1750 जो 1800 गए माइनस 50 पर स्केयर करेंगे पॉजिटिव हो जाएगा पहले लिख लो स्टेप 500 और 81 का स्केयर करोगे ठीक है अगर आप देखे 81 का स्केयर करोगे ਤਾਂ ਤੁਸੀਂ ਸ਼ਾਰਟਕਟ ਯੂਜ਼ ਕਰ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਇੱਕ ਵਾਰੀ ਕਲਾਸ ਲਾਈ ਹੋਈ ਨਾ ਸ਼ਾਰਟਕਟ ਦੀ ਤਾਂ ਸ਼ਾਰਟਕਟ ਯੂਜ਼ ਕਰ ਸਕਦੇ ਹੋ ਤੁਸੀਂ ਇੱਥੇ ਕੈਸੇ ਸਕੇਅਰ ਵਾਸਤੇ ਤਾਂ ਆਏਗਾ 6561 6561 या 81 ਮਲਟੀਪਲਾਈ ਕਰ ਲਓ ਵੱਡੀ ਗੱਲ ਨਹੀਂ ਹੈਗੀ 1860 to 1800 ਗਏ ਤਾਂ 60 ਦਾ ਸਕੁਅਰ ਹੈ ਸੋ ਹੋਪਫੁਲੀ ਗੱਲ ਸਮਝ ਆ ਗਈ डिवाइड बाय 600 प्लस 500 आ जाए ठीक है जी 600 पे 500 आ जाऊगा नाउ अगर आप देखिए थे 600 10000 प्लस स्टेप लिख के आने प्रॉपर बच्चों 25 का स्केयर और सॉरी 50 का स्केयर 2500 हो जाएगा प्लस 500 61 6561 8 का स्केयर 3600 हो जाएगा ये स्टेप्स प्रॉपर थोड़ी कैलकुलेशन शो करनी पैनी है तो कैलकुलेटर लाउड नहीं होगा पहले 1100 हो गया ठीक है जी देन 600 इन्हें प्लस कर लो 12 500 आ जाएगा प्लस 500 इन्हें प्लस कर लो 6561006316 511 10,161 डिवाइड बाय 1100 प्लीज चेक करना कैलकुलेशन नहीं चल रही है कोई डाउट है किसी को स्टेप्स तो शो करने पहले ताकि करके दिखाए थानू इथे प्रॉपर्ली ठीक है सो दिस इज अबाउट कंबाइंड मीन चेक कर लो कोई डाउट है तो प्लीज पूछ लो चेक करो कैलकुलेशन बोर्ड पे ठीक है जी और मल्टीप्लाई करो 600 ਨੂੰ ਇਹਦੇ ਨਾਲ 2300 ਨੂੰ ਇਹਦੇ ਨਾਲ then you will get 7512345 zeros plus 5080 500 divided by 1100 you will get 11436.82 प्लीज चेक करो कैलकुलेशन क्लास देखो समझ आया सो दिस इज अबाउट कंबाइंड वेरिएंस आया है हाले स्टैंडर्ड डेविएशन करते हैं आंसर करते हैं ਇਹਦਾ ਸਕੁਅਰ ਰੂਟ ਕਰਨਾ ਪੈਣਾ ਬਸ ਕੁਝ ਨਹੀਂ ਹੈ ਹੁਣ जब आप ਇਹਦਾ ਸਕੁਅਰ ਰੂਟ ਕਰਾਂਗੇ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਆ ਜਾਊਗੀ वेरिएंस का रूट कर देंगे वेरिएंस की वैल्यू आई है 11436.82 which is approximately equal to अगर आप गल करिए 106.9 प्लीज चेक करो सर हाँ जी ऑफलाइन जिन्हें भी क्लास बैठे हो प्लीज चेक करो किसी डाउट है प्लीज बोल सकते हो अदरवाइज चुपचाप नोट करो इस चीज को क्योंकि कैलकुलेशन इवें ही करके दिखानी पैनी है पेपर चाहिए हुई है तो ऑब्वियस गल है 15 मार्क्स का क्वेश्चन है 7 मार्क्स का पहला पार्ट था 8 मार्क्स का ये पार्ट है सो हम इस तरीके से करके दिखाना पैना है देखो कंसेप्चुअली कोई डाउट है प्लीज पूछ सकते हो अगर कंसेप्चुअली ओके है तो ठीक है स्क्रीन पर नंबर सारा दिख रहे हैं इसको चेक कर लो स्टिल कोई डाउट है किसी भी पूछ लो हाँ जी ऑनलाइन क्लियर हो बेटा सारा कैलकुलेशन करनी पैनी है बेटा स्टेप शो करने पैने सारे चेक कर लो और कैलकुलेटर अलाउड नहीं है सो आपको सारा आप करना पैना है हाँ जी प्लीज आया समझ देखो ठीक है जी कोई प्लीज बाकी भी चेक कर लो कोई होर किस डाउट है अगर ਜਿਹੜੇ ਬਾਅਦ ਚੋਂ YouTube ਤੇ ਦੇਖਣਗੇ ਅਗਰ ਉਹਨੂੰ ਕੋਈ ਡਾਊਟ ਆਏਗਾ ਪਲੀਜ਼ ਕਮੈਂਟ ਸੈਕਸ਼ਨ 'ਚ ਤੁਸੀਂ ਡਾਊਟ ਪੋਸਟ ਕਰ ਸਕਦੇ ਹੋ ਵੀ ਵਿਲ ਰਿਪਲਾਈ ਬੈਕ ਟੂ ਯੂ ਠੀਕ ਹੈ
ਬਟ ਹਾਲੇ ਕੋਈ ਡਾਊਟ ਹੈ ਪਲੀਜ਼ ਚੈੱਕ ਕਰ ਲਓ। ਸੋ ਇਸ ਚ ਆਪਾਂ ਦਿੱਤਾ ਕੀ ਹੋਇਆ, ਇਸ 'ਚ ਆਪਾਂ ਦਿੱਤਾ ਹੋਇਆ था ਇੱਕ ਪਿੰਡ ਦਾ ਡਾਟਾ ਦਿੱਤਾ था x ਦਾ, ਇੱਕ y ਦਾ, ਉਹਦਾ ਮੀਨ, ਉਹਦੀ ਸਟੈਂਡਰਡ ਡੇਵੀਏਸ਼ਨ ਤੇ ਉਹਦਾ ਨੰਬਰ ਆਫ EMPLOYE ਦਿੱਤੇ ਹੋਏ थे। ਤਾਂ ਆਪਣੇ ਕੋਲ ਇੱਥੇ ਕੀ ਚੱਲ ਰਿਹਾ ਹੈ, ਆਪਣੇ ਕੋਲ ਇੱਥੇ ਉਹੀ ਚੱਲ ਰਿਹਾ ਹੈ ਕਿ पहला अपने को विलेज एक्स है, फिर विलेज वाई है। विलेज एक्स दा अपने को सबसे पहला मीन था, मतलब एक्स बार वन, एक्स बार टू, स्टैंडर्ड सिग्मा वन, सिग्मा टू, नंबर ऑफ एम्प्लॉय ਇੱਥੇ ਆਪਣੇ ਕੋਲ n1 ਇੱਥੇ n2। ਠੀਕ ਹੈ ਜੀ, ਇਹ ਦਿੱਤੇ ਹੋਏ ਜਦੋਂ। ਸੋ ਪਹਿਲਾਂ ਆਪਾਂ ਨੇ ਕੰਬਾਈਨਡ ਮੀਨ ਕੱਢ ਲਿਆ, n1 x1 ਬਾਰ ਕਰਕੇ, n2 x2 ਬਾਰ ਕਰਕੇ, then ਡਿਵਾਈਡ ਬਾਈ n1 plus n2 ਕਰਤਾ, ਉਥੋਂ ਮੀਨ ਆ ਗਿਆ ਕੰਬਾਈਨਡ। ਜੇ ਆਪਾਂ ਵੇਰੀਐਂਸ ਦੀ ਗੱਲ ਕਰੀਏ ਤਾਂ ਵੇਰੀਐਂਸ ਦਾ ਫਾਰਮੂਲਾ ਆਪਣੇ ਕੋਲ ਯਾਦ ਰੱਖਣਾ ਪਏਗਾ, ਵਿਚ ਇਜ਼ ਨਥਿੰਗ ਬਟ n1 sigma 1 square plus x1 minus x combined mean the bar the square, then n2 sigma 2 the square, x2 minus x the whole square, then जो जो रिस्पेक्टिव वैल्यू थी फिल करके आप कैलकुलेशन में पहुंचे, एक कंबाइंड वेरिएंस आ गया। कंबाइंड वेरिएंस तो बाद कंबाइंड स्टैंडर्ड डेविएशन आ गई। दैट्स इट फॉर दिस क्वेश्चन। सो ये 15 मार्क्स का क्वेश्चन पेपर च आया हुआ है। सो आप बोर्ड से सॉल्व कर रहे हैं तो ਤੁਹਾਨੂੰ ਆਈਡੀਆ ਹੋਇਆ ਹੋਗਾ ਕਿ ਪੇਪਰ 'ਚ ਨੈਕਸਟ ਟਾਈਮ ਇਸ ਤਰ੍ਹਾਂ ਦਾ ਕੁਐਸਚਨ ਆਇਆ ਤਾਂ ਆਪਾਂ ਕਿਵੇਂ ਕਰਨਾ ਹੈ। ठीक है जी, फिर अगला क्वेश्चन देखते हैं एक और जो आया हुआ है पेपर च। पर ये क्वेश्चन सबनों होपफुली समझ आ गया, कोई डाउट तो नहीं है इस चीज च। ठीक है, अगला क्वेश्चन जो पाया उन्होंने बोर्ड से, मैं दिखाना तुहानू सारे ਨੂੰ। हाँ जी, ठीक है क्लास, होपफुली डन। अगला क्वेश्चन देखो उन्होंने पेपर की पाया है। हाँ जी क्लास, ओके डन, एक हो गया होगा सबका। अगला क्वेश्चन है, कहना फॉलोइंग चार्ट डिपिक्ट द डिस्ट्रीब्यूशन ऑफ टूरिस्ट टू इंडिया फ्रॉम वेरियस कंट्रीज। ਆਪਾਂ ਦਿੱਤਾ ਹੋਇਆ ਇੱਕ ਚਾਰਟ ਦਿੱਤਾ ਹੋਇਆ ਪਾਈ ਚਾਰਟ, ਤੇ ਇੱਕ ਦਿੱਤਾ ਹੋਇਆ ਉਹਦੇ ਨਾਲ ਬਾਰ ਗ੍ਰਾਫ। ਇਹਨਾਂ ਨੇ ਪਾਈ ਚਾਰਟ 'ਚ ਕਿਹਾ ਕਿ ਵੱਖ-ਵੱਖ ਕੰਟਰੀਆਂ ਤੋਂ ਜਿਹੜੇ ਪੈਸੇਂਜਰਸ ਇੰਡੀਆ 'ਚ ਆਏ ਨੇ ਉਹ ਕਿੰਨੇ ਨੇ। ਇਹ 'ਚ ਚਾਈਨਾ, ਯੂਕੇ, ਯੂਐਸ, ਠੀਕ ਹੈ, ਐਂਡ ਅਦਰ ਕੰਟਰੀਜ਼ ਦਾ ਡਾਟਾ ਦਿੱਤਾ ਗਿਆ। ਮੇਨਲੀ ਚਾਈਨਾ, ਯੂਐਸ, ਯੂਕੇ ਤੇ ਅਦਰ ਕੰਟਰੀਜ਼ ਤੋਂ ਜਿਹੜੇ ਪੈਸੇਂਜਰ ਆਏ ਉਹਨਾਂ ਨੇ ਕਿੰਨੇ ਕਿੰਨੇ ਪੈਸੇ ਖਰਚੇ, ਕਿਵੇਂ ਕਿਵੇਂ ਖਰਚੇ, ਉਸ ਤਰ੍ਹਾਂ ਡਾਟਾ ਦਿੱਤਾ ਗਿਆ। ਸੋ ਆਪਾਂ ਦੇਖਦੇ ਹਾਂ ਬੋਰਡ ਤੇ ਕਿਵੇਂ ਕਿਵੇਂ ਚੱਲਦਾ। ਠੀਕ ਹੈ, ਓਕੇ ਜੀ। ਠੀਕ ਹੈ, ਇਹਨਾਂ ਨੇ ਪਹਿਲਾਂ ਪਾਈ ਚਾਰਟ ਦਿੱਤਾ ਆਪਾਂ ਨੂੰ, ਇਹਦੇ ਵਿੱਚ ਆਪਾਂ ਨੇ ਡਿਸਟ੍ਰੀਬਿਊਸ਼ਨ ਕੀਤੀ ਹੈ ਕਿ ਜਿਹੜੇ ਇੰਡੀਆ ਟੂਰਿਸਟ ਆਏ ਉਹ ਜਿਹੜੇ ਚਾਈਨਾ ਤੋਂ ਆਏ ਨੇ, ਠੀਕ ਹੈ ਕਲਾਸ, ਉਹ 15% ਦਿੱਤੇ ਗਏ ਨੇ। ਜਿਹੜੇ ਯੂਰੋਪੀਅਨ ਯੂਨੀਅਨ ਤੋਂ ਆਏ ਉਹ ਦਿੱਤੇ ਗਏ ਨੇ 20%। ਜਿਹੜੇ ਯੂਕੇ ਤੋਂ ਆਏ ਜਿਹੜੇ ਯੂਕੇ ਤੋਂ ਆਏ ਉਹ ਦਿੱਤੇ ਗਏ ਨੇ ਇਹਨਾਂ ਨੇ 18%। ਯੂਐਸਏ ਤੋਂ ਜਿਹੜੇ ਆਏ ਨੇ, ਯੂਐਸਏ ਤੋਂ ਜਿਹੜੇ ਆਏ ਨੇ ਉਹ ਦਿੱਤੇ ਹੋਏ ਨੇ ਆਪਾਂ ਨੂੰ 22%। ਠੀਕ ਹੈ ਜੀ, ਤੇ ਜਿਹੜੇ ਆਪਣੇ ਕੋਲ ਅਦਰ ਕੰਟਰੀਜ਼ ਤੋਂ ਆਏ ਉਹ ਆਪਾਂ ਨੂੰ ਦਿੱਤੇ ਹੋਏ ਨੇ 25%। ਠੀਕ ਹੈ, ਸੋ ਡਾਟਾ ਕਿਵੇਂ ਦਿੱਤਾ ਗਿਆ। ਅਗਲਾ ਕੁਐਸਚਨ ਇਹ ਹੈ, ਕੁਐਸਚਨ ਧਿਆਨ ਨਾਲ ਸੁਣਨਾ ਪਲੀਜ਼। ਇਹ ਕੁਐਸਚਨ 2018 ਦੇ ਪੇਪਰ ਚ ਆਇਆ ਹੋਇਆ ਹੈ। The following chart depict the distribution of tourists to India from the various countries in the year with 2018। ਇਹ 2018 ਦਾ ਡਾਟਾ ਦਿੱਤਾ ਗਿਆ, 2018 ਦੇ ਵਿੱਚ ਕਿੰਨੇ ਪੈਸੇਂਜਰ ਆਏ with the percentage distribution। ਠੀਕ ਹੈ ਜੀ, ਠੀਕ ਹੈ। ਹੁਣ ਕੁਐਸਚਨ ਪੁੱਛਿਆ ਗਿਆ ਕਿ ਜਿਹੜਾ ਤੁਹਾਡੇ ਕੋਲ ਡਾਟਾ ਦਿੱਤਾ ਹੋਇਆ ਹੈ ਇਸ ਦੇ ਵਿੱਚ ਨੰਬਰ ਆਫ ਪੈਸੇਂਜਰ ਕਿੰਨੇ ਕਿੰਨੇ ਆਏ ਨੇ। ਠੀਕ ਹੈ, ਤਾਂ ਯੂਐਸ ਦੇ ਦੁਆਰਾ ਕੋਈ ਰੀਡ ਕਰ ਲੈਣੇ ਆਪਾਂ ਨੂੰ ਡਾਟਾ ਦਿੱਤਾ ਗਿਆ ਪਿਛਲੇ ਪਾਈ ਚਾਰਟ ਤੋਂ। ਯੂਐਸ ਦੇ 22% ਨੇ, यूके ਦੇ 18% ਨੇ, ਚਾਈਨਾ ਦੇ 15% ਨੇ, यूरोप एंड यूनियन और जापान भी नाल ਦਿੱਤਾ ਹੈ, सॉरी जापान ਤੋਂ 20% ਨੇ। ਠੀਕ ਹੈ, ਤੇ ਅਦਰ ਟਿਕਟ ਆਏ ਨੇ ਆਪਣੇ ਕੋਲ। ਠੀਕ ਹੈ ਜੀ, ਹੋ ਗਿਆ। ਇਹਦੇ ਨਾਲ ਇੱਕ ਬਾਰ ਚਾਰਟ ਦਿੱਤਾ ਗਿਆ ਹੈ। ਬਾਰ ਚਾਰਟ ਨੂੰ ਦੱਸਿਆ ਕਿ ਕਿਹੜੇ ਏਜ ਗਰੁੱਪ ਦੇ ਲੋਕ ਆਏ ਨੇ। ਠੀਕ ਹੈ ਜੀ, ਜਿਹੜਾ ਬਾਰ ਚਾਰਟ ਦਾ ਡਾਟਾ ਹੈ ਉਸ ਚ ਆਪਾਂ ਦਿੱਤਾ ਗਿਆ, ਦੇਖੋ ਠੀਕ ਹੈ, ਮੈਂ ਬਾਰ ਚਾਰਟ ਬਣਾਇਆ ਹੋਇਆ ਨਾਲ। ਠੀਕ ਹੈ, ਬਾਰ ਚਾਰਟ ਦਿੱਤਾ ਗਿਆ ਕਿ
ਏਜ ਵਾਈਜ਼ ਡਿਸਟ੍ਰੀਬਿਊਸ਼ਨ ਦਿੱਤੀ ਗਈ ਹੈ। ਏਜ ਗਰੁੱਪ ਦਿੱਤਾ ਗਿਆ ਕਿ ਕਿਹੜੇ ਏਜ ਗਰੁੱਪ ਦੇ ਕਿੰਨੇ ਲੋਕ ਆਏ। ਜਿਵੇਂ ਪਹਿਲਾਂ 30 ਸਾਲ ਤੱਕ ਤੋਂ ਅਗਰ ਆਪਾਂ ਗੱਲ ਕਰੀਏ ਅਪ ਟੂ 30 ਈਅਰ ਆਫ ਏਜ, ਠੀਕ ਹੈ, ਇੱਥੇ ਤੱਕ ਕਿੰਨੇ ਪਰਸੈਂਟ ਲੋਕ ਆਏ, ਠੀਕ ਹੈ। ਪਹਿਲਾਂ 30 ਸਾਲ ਤੱਕ ਹੈ, ਫਿਰ 30 32 ਤੱਕ ਹੈ, then 40 ਤੱਕ ਦਾ ਦਿੱਤਾ ਹੋਇਆ ਆਪਾਂ ਨੂੰ ਡਾਟਾ, then 50 ਤੋਂ ਤੱਕ ਦਾ ਦਿੱਤਾ ਹੋਇਆ ਡਾਟਾ, ਠੀਕ ਹੈ ਜੀ। ਮੈਂ ਇੱਕ ਵਾਰ ਗ੍ਰਾਫ ਕਲੀਅਰ ਬਣਾਦਾ ਬੜੇ ਬੋਰਡ ਤੇ, ਫਿਰ ਆਪਾਂ ਗੱਲ ਕਰਦੇ। ਇਹ ਬਿਲੋ 30 ਵਾਲੇ ਦਿੱਤੇ ਹੋਏ ਨੇ, ਇਹ ਆਪਾਂ ਦਿੱਤੇ ਹੋਏ ਨੇ 25%। ਫਿਰ ਆਪਾਂ ਨੂੰ ਦਿੱਤੇ ਹੋਏ ਨੇ 30 ਤੋਂ ਲੈ ਕੇ 39 ਤੱਕ ਦੀ ਏਜ ਵਾਲੇ, ਜੋ ਕਿ ਆਪਾਂ ਦਿੱਤੇ ਹੋਏ ਨੇ 15%। ਫਿਰ ਆਪਾਂ ਨੂੰ ਦਿੱਤੇ ਹੋਏ ਨੇ ਆਪਾਂ ਦਿੱਤੇ ਹੋਏ ਨੇ 40 ਤੋਂ ਲੈ ਕੇ, ਅਗਰ ਆਪਾਂ ਗੱਲ ਕਰੀਏ 40 ਤੋਂ ਲੈ ਕੇ 49 ਤੱਕ ਦੀ ਏਜ ਵਾਲੇ, ਇਹ ਆਪਾਂ ਨੂੰ 15% ਹੀ ਦਿੱਤੇ ਨੇ, ਠੀਕ ਹੈ ਜੀ। ਦੈਨ ਆਪਾਂ ਦਿੱਤੇ ਨੇ 50 ਤੋਂ ਲੈ ਕੇ 59 ਈਅਰ ਤੱਕ ਵਾਲੇ 22%। ਦੈਨ ਆਪਾਂ ਨੂੰ ਦਿੱਤੇ ਨੇ, ਅਗਰ ਆਪਾਂ ਗੱਲ ਕਰੀਏ 60 ਐਂਡ ਅਬਵ ਵਾਲੇ, 60 ਐਂਡ ਅਬਵ ਵਾਲੇ, ਇਹ ਆਪਾਂ ਨੂੰ ਦਿੱਤੇ ਨੇ 23%। ਸੋ ਹੋਪਫੁਲੀ ਡਾਟਾ ਸਮਝੋ ਪਹਿਲਾਂ ਕੁਐਸਚਨ ਕੀ ਹੈ। ਕੁਐਸਚਨ ਇਹ ਹੈ ਕਲਾਸ, ਇਹ ਪੀਵਾਈਕਿਊ 15 ਮਾਰਕਸ ਦਾ ਕੁਐਸਚਨ ਆਇਆ ਹੋਇਆ ਆਪਾਂ ਨੂੰ। ਆਪਣੇ ਕੋਲ ਇੱਕ ਡਾਟਾ ਦਿੱਤਾ ਹੋਇਆ, ਓਕੇ, ਸਿੰਪਲ ਡਾਟਾ। ਇਸ 'ਚ ਕੀ ਕਿਹਾ ਗਿਆ ਕਿ ਜਿਹੜੇ ਇੰਡੀਆ ਦੇ ਵਿੱਚ ਟੂਰਿਸਟ ਆਏ, ਉਹਨਾਂ ਟੂਰਿਸਟ ਦਾ ਡਿਸਟ੍ਰੀਬਿਊਸ਼ਨ ਕੀਤੀ ਗਈ ਹੈ ਕਿ ਚਾਈਨਾ ਤੋਂ 15% ਲੋਕ ਆਏ ਨੇ, ਯੂਰਪ ਤੇ ਜਾਪਾਨ ਤੋਂ 20% ਆਏ ਨੇ, ਯੂਕੇ ਤੋਂ 18% ਆਏ ਨੇ, ਯੂਐਸ ਤੋਂ 22 ਆਏ ਨੇ, ਅਦਰ ਬਾਕੀ ਦੀ ਕੰਟਰੀਜ਼ ਦੇ ਵਰਲਡ ਦੀਆਂ ਉਹਨਾਂ ਤੋਂ 25% ਲੋਕ ਆਏ ਨੇ। ਡਾਟਾ ਸਮਝਾਇਆ ਪਹਿਲਾਂ ਕੀ ਹੈ। ਸੋ ਇਹ ਗੱਲ ਓਕੇ ਹੋ ਗਈ। ਉਸ ਤੋਂ ਬਾਅਦ ਏਜ ਗਰੁੱਪ ਦੇ ਅਕੋਰਡਿੰਗਲੀ परसेंटेज ਦਿੱਤੀ ਗਈ ਹੈ। ਏਜ ਗਰੁੱਪ ਦੇ ਅਕੋਰਡਿੰਗਲੀ परसेंटेज ਡਿਸਟ੍ਰੀਬਿਊਸ਼ਨ ਦਿੱਤੀ ਗਈ ਹੈ। ਪਲੀਜ਼ ਪਹਿਲਾਂ ਡਾਟਾ ਸਮਝਾਂਗੇ ਇਸ ਗ੍ਰਾਫ 'ਚ, ਫਿਰ ਆਪਾਂ ਅੱਗੇ ਵਧਾਂਗੇ। ਹੁਣ ਉਹਨੇ ਕਿਵੇਂ ਦਿੱਤਾ ਗਿਆ, ਜਿਹੜੇ 30 ਸਾਲ ਤੋਂ ਥੱਲੇ ਵਾਲੇ ਨੇ ਉਹ 25% ਲੋਕ ਆਉਂਦੇ ਨੇ, 30 ਤੋਂ 39 ਤੱਕ ਦੇ 15% ਲੋਕ ਆਉਂਦੇ ਨੇ, ਠੀਕ ਹੈ। ਦੈਨ 40 ਤੋਂ 49 ਵਾਲੇ 15% ਆਉਂਦੇ ਨੇ, 50 ਤੋਂ 59 ਵਾਲੇ 22% ਆਉਂਦੇ ਨੇ, ਅਬਵ 60 ਵਾਲੇ 23% ਆਉਂਦੇ ਨੇ, ਠੀਕ ਹੈ। मतलब ये ਦਿੱਤਾ ਗਿਆ। ਪਹਿਲਾਂ ਮੈਨੂੰ ਦੱਸੋ ਪਲੀਜ਼ ਕਲਾਸ, ਜਿੰਨੇ ਵੀ ਕਲਾਸ ਆਨਲਾਈਨ ਹੋਈ ਆਫਲਾਈਨ, ਡਾਟਾ ਸਮਝਾਇਆ ਕੀ ਦਿੱਤਾ ਹੋਇਆ, ਕੁਐਸਚਨ ਕੀ ਪੁੱਛੇ ਨੇ, ਇਲੈਕਟਿਵ ਨੂੰ ਡਾਟਾ ਦੇਖੋ। ਹਾਂਜੀ, ਦੇਖੋ ਕਿਸੇ ਨੂੰ ਡਾਊਟ ਹੈ ਤਾਂ ਆਫਲਾਈਨ ਆਨਲਾਈਨ ਪਲੀਜ਼ ਦੇਖੋ ਕਲਾਸ। ਓਕੇ ਹੈ ਜੀ, ਮੈਂ ਜੀ ਕਾ ਠੀਕ ਹੈ, ਓਕੇ ਜੀ। ਸੋ ਇਸ ਚ ਐਗਜ਼ਾਮੀਨਰ ਦੀ ਸੋਚ ਦੱਸ ਰਹੀ ਹੈ ਕਿ ਤੁਹਾਨੂੰ ਦੋ ਗ੍ਰਾਫਸ ਨੂੰ ਮਿਲ ਕੇ ਚੱਲਣਾ ਹੈ, ਠੀਕ ਹੈ। ਹੁਣ ਉਹਨੇ ਕੁਐਸਚਨ ਕੀ ਪੁੱਛਿਆ, ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਕੁਐਸਚਨ ਪੁੱਛਿਆ ਉਹਨਾਂ ਨੇ, ਠੀਕ ਹੈ, ਹੋਪਫੁਲੀ ਡਾਟਾ ਸਮਝ ਆ ਗਿਆ ਸਾਰਿਆਂ ਨੂੰ, ਕੋਈ ਡਾਊਟ ਨਹੀਂ ਮੇਰੇ ਖਿਆਲ ਨਾਲ। ਨੰਬਰ ਆਫ ਟੂਰਿਸਟ ਪਰਸੈਂਟੇਜ ਦਿੱਤਾ ਹੋਇਆ ਹੈ, ਤੇ ਉਹਨੇ ਕਿੰਨੇ ਕਿੰਨੇ ਏਜ ਦੇ ਲੋਕ ਆਏ ਨੇ ਉਹ ਦੱਸਿਆ ਗਿਆ। ਦੋ ਚਾਰਟਸ ਨੂੰ ਆਪਾਂ ਕੰਪੇਅਰ ਕਰਾਂਗੇ। ਪਹਿਲਾ ਕੁਐਸਚਨ ਪੁੱਛਿਆ ਪੇਪਰ ਦੇ ਵਿੱਚ, ਠੀਕ ਹੈ ਜੀ, ਕੁਐਸਚਨ 8 ਮਾਰਕਸ ਦਾ ਹੈ, ਇਵਨ ਕਿ 20 ਮਾਰਕਸ ਦਾ ਕੁਐਸਚਨ ਦੇਖ ਲਓ, ਇਹ ਪੇਪਰ 'ਚ ਛੋਟੀ ਗੱਲ ਨਹੀਂ ਹੈਗੀ। ਉਹਨਾਂ ਨੇ ਪੁੱਛਿਆ ਹੈ, ਕਹਿੰਦੇ ਇਫ ਪਰ ਕੈਪੀਟਾ ਐਕਸਪੈਂਡੀਚਰ ਆਫ ਯੂਐਸ ਯੂਕੇ ਚਾਈਨਾ ਦੇ ਟੂਰਿਸਟ ਦਾ ਆਪਾਂ ਦਿੱਤਾ ਹੋਇਆ, ਦੇਖੋ ਕਹਿੰਦੇ ਵੀ ਪਰ ਕੈਪੀਟਾ ਸਭ ਸਮਝਦੇ ਹੀ ਆ। ਪਰ ਕੈਪੀਟਾ ਜਿਹੜਾ ਐਕਸਪੈਂਡੀਚਰ ਹੈ ਟੂਰਿਸਟ ਦਾ ਕਿਸ ਕਿਸ ਕੰਟਰੀ ਦੇ, ਯੂਐਸਏ ਦੇ, ਯੂਕੇ ਦੇ ਤੇ ਚਾਈਨਾ ਦੇ, ਉਹ ਦਿੱਤਾ ਹੋਇਆ ਹੈ, ਠੀਕ ਹੈ। ਯੂਐਸ ਵਾਲਾ ਦਾ 6000 ਰੁਪਏ, ਮਤਲਬ ਇੱਕ ਪਰਸਨ ਆ ਕੇ 6000 ਖਰਚਦਾ ਹੈ, ਯੂਕੇ ਵਾਲੇ 5000 ਖਰਚਦੇ ਨੇ ਉਹਦੇ, ਤੇ ਚਾਈਨਾ ਵਾਲੇ 4000 ਖਰਚਦੇ ਨੇ, ਠੀਕ ਹੈ ਜੀ, ਰਿਸਪੈਕਟਿਵਲੀ। ਐਂਡ ਅਗਰ ਆਪਾਂ ਗੱਲ ਕਰੀਏ ਟੋਟਲ 64 ਲੱਖ ਟੂਰਿਸਟ ਆਉਂਦੇ ਨੇ, ਅਗਰ ਆਪਾਂ ਗੱਲ ਕਰਦੇ ਹਾਂ ਟੋਟਲ 64 ਲੱਖ ਟੂਰਿਸਟ ਆਉਂਦੇ ਨੇ ਫਰੋਮ ਥੀਸ ਕੰਟਰੀਜ਼ ਵਿਜ਼ਿਟਡ ਇਨ 2018, then what was the total spending of tourist। ਆਪਾਂ ਫਾਈਂਡ ਕਰਨੀ ਹੈ ਟੋਟਲ ਸਪੈਂਡਿੰਗ, ਠੀਕ ਹੈ, ਆਫ ਟੂਰਿਸਟ ਦੀ ਇੰਡੀਆ 'ਚ। ਹੁਣ ਕੁਐਸਚਨ ਸਮਝ ਆ ਗਿਆ ਕੀ ਹੈ। ਸੋ ਕੁਐਸਚਨ ਇੰਨਾ ਕੁ ਹੈ ਕਿ ਆਪਣੇ ਕੋਲ ਵੱਖ-ਵੱਖ ਕੰਟਰੀਜ਼ ਤੋਂ, ਜਿਵੇਂ ਕਿ ਅਗਰ ਆਪਾਂ ਗੱਲ ਕਰਦੇ ਯੂਐਸ ਯੂਕੇ ਜਾਪਾਨ, ਠੀਕ ਹੈ, ਚਾਈਨਾ, ਅਦਰ ਕੰਟਰੀਜ਼ ਤੋਂ ਆਪਣੇ ਕੋਲ ਟੂਰਿਸਟ ਆਏ, ਉਹਨਾਂ ਨੇ ਆ ਕੇ ਪਰ ਕੈਪੀਟਾ ਐਕਸਪੈਂਡੀਚਰ ਕੀਤਾ। ਜਿਵੇਂ ਯੂਕੇ ਵਾਲਿਆਂ ਨੇ ਕੀਤਾ, ਉਹਦੇ ਆਪਾਂ ਦੇਖ ਪਾ ਰਹੇ ਹਾਂ, ਯੂਐਸ ਵਾਲਿਆਂ ਨੇ ਕੀਤਾ 6000, ਯੂਕੇ ਵਾਲਿਆਂ ਨੇ ਕੀਤਾ 5000, ਚਾਈਨਾ ਵਾਲਿਆਂ ਨੇ ਕੀਤਾ 4000, ਤੇ ਟੋਟਲ ਟੂਰਿਸਟ ਆਏ ਨੇ 64, ਅਗਰ ਆਪਾਂ ਗੱਲ ਕਰੀਏ ਸੌਰੀ 6,40,000, ਬਾਈ ਮਿਸਟੇਕ ਮੇਰੇ ਤੋਂ ਕਿਹਾ ਗਿਆ 1 2 3 4 5 6 7, ਹਾਂਜੀ
6,40,000 टूरिस्ट आए ने। ओके, 6,40,000 टूरिस्ट आए ने। जीरो लगता गलत लगाया, एक मिनट, जस्ट क्लास, एक मिनट, सॉरी। कौन ठीक है, चेक करना प्लीज। हाँ ठीक है, माइट भी है ना, तो थोड़ा मिसप्रिंट था इस करके। 6,40,000 टूरिस्ट इंडिया च आए ने। ठीक है जी। ਨਾਓ ਹੁਣ ਯੂਐਸਏ ਤੋਂ ਕਿੰਨੇ ਆਏ ਨੇ ਉਹ ਚੈੱਕ ਕਰਦੇ ਆ ਪਹਿਲਾਂ ਆਪਾਂ, ਕਿ ਟੋਟਲ ਟੂਰਿਸਟ ਯੂਐਸਏ ਤੋਂ ਕਿੰਨੇ ਨੇ, ਫਿਰ ਯੂਕੇ ਤੋਂ ਕਿੰਨੇ ਨੇ, ਫਿਰ ਚਾਈਨਾ ਤੋਂ ਕਿੰਨੇ ਨੇ, ਫਿਰ ਐਕਸਪੈਂਡੀਚਰ ਜਾਵਾਂਗੇ ਜੀ। ਤਾਂ ਪਲੀਜ਼ ਗ੍ਰਾਫ ਕਿਵੇਂ ਬਣੂਗਾ, ਧਿਆਨ ਦੇਣਾ ਇਧਰ। ਹੁਣ ਯੂਐਸ ਤੋਂ ਅਗਰ ਆਪਾਂ ਗੱਲ ਕਰਦੇ ਆ, ਯੂਐਸ, ਹਾਂਜੀ ਕਲਾਸ, ਸੋ ਆਪਾਂ ਕਿੱਥੇ थे। ਹਾਂਜੀ, ਯੂਐਸਏ ਤੋਂ ਜਿਹੜੇ ਆਏ ਨੇ ਉਹ ਬੰਦੇ ਨੇ 140,800। ਠੀਕ ਹੈ ਜੀ, ਇਸ ਤਰ੍ਹਾਂ ਹੀ ਆਪਾਂ ਕੱਢ ਦਾਂਗੇ। ਇਸ ਤਰ੍ਹਾਂ ਹੀ ਆਪਾਂ ਕੱਢਾਂਗੇ ਯੂਕੇ ਵਾਲੇ। ਠੀਕ ਹੈ ਜੀ, ਤਾਂ ਯੂਕੇ ਤੋਂ ਆਏ ਨੇ 18% ਕਿਸਦਾ, 6,40,000 ਦਾ, ਕੀ ਬਣਦਾ ਹੈ 1,15,200। ਤੇ ਆਪਣੇ ਚਾਈਨਾ ਤੋਂ ਜਿਹੜੇ ਆਏ ਨੇ ਉਹਨੇ 15% 6,40 ਦਾ, ਜੋ ਕਿ ਹੋ ਜਾਊਗਾ 96,000। ਠੀਕ ਹੈ ਜੀ, 96,000। ਸੋ ਹੋਪਫੁਲੀ ਸਮਝ ਆਇਆ। ਹੁਣ ਪਰ ਕੈਪੀਟਾ ਕਿੰਨਾ ਖਰਚੇ ਨੇ, ਹੁਣ ਯੂਐਸਏ ਵਾਲੇ ਕਿੰਨੇ ਖਰਚੇ ਟੋਟਲ, ਯੂਐਸਏ ਵਾਲੇ ਨੇ ਖਰਚੇ ਨੇ 6,000 ਰੁਪਏ ਪਰ ਕੈਪੀਟਾ। ਲੋਕ ਆਏ ਕਿੰਨੇ ਨੇ, 1,40,800। ਸੋ ਇਹ ਮਲਟੀਪਲਾਈ ਕਰਾ ਲਓ ਪਲੀਜ਼। ਯੂਕੇ ਤੋਂ ਕਿੰਨੇ ਆਏ ਨੇ, 1,15,200। ਕਿਹਦੇ ਨਾਲ ਮਲਟੀਪਲਾਈ ਕਰਾਵਾਂਗੇ, 5,000 ਪਰ ਕੈਪੀਟਾ 5,000 ਖਰਚੇ ਨੇ, ਇਹ ਮਲਟੀਪਲਾਈ ਕਰਾ ਲਓ। ਫਿਰ ਚਾਈਨਾ ਤੋਂ ਕਿੰਨੇ ਆਏ ਨੇ, ਚਾਈਨਾ ਤੋਂ ਆਏ ਨੇ 96,000। ਠੀਕ ਹੈ, ਤੇ ਕਿੰਨੇ ਨਾਲ ਮਲਟੀਪਲਾਈ ਕਰਾਵਾਂਗੇ ਆਪਾਂ, 4,000 ਨਾਲ। ਸੋ ਇਹ ਤਿੰਨੋਂ ਕਰਕੇ ਐਡ ਕਰ ਦਿਓ, ਟੋਟਲ ਸੇਵਿੰਗਸ, ਟੋਟਲ ਐਕਸਪੈਂਡੀਚਰ ਆ ਜਾਏਗਾ। ਚੈੱਕ ਕਰਨਾ ਪਲੀਜ਼, ਸਮਝ ਆਇਆ ਸਭ ਨੂੰ। ਹਾਂਜੀ ਕਲਾਸ ਦੇਖੋ, ਹੋਇਆ ਕਲੀਅਰ, कोई डाउट है बोलो प्लीज। सिंपल क्वेश्चन है, कोई बड़ी गल है ही नहीं। क्वेश्चन ਚ ਦਿੱਤਾ ਗਿਆ था कि अपने ਕੋਲ ਇੱਕ ਡਾਟਾ ਦਿੱਤਾ ਹੋਇਆ, ਨੰਬਰ ਆਫ ਟੂਰਿਸਟ ਕਿੰਨੇ ਆਏ। ਠੀਕ ਹੈ, ਉਹਦੇ ਵਿੱਚ ਆਪਾਂ ਲਿਖੇ ਹੋਏ 6,40,000 ਟੂਰਿਸਟ ਆਏ ਨੇ। ਉਹ 6,40,000 ਟੂਰਿਸਟ ਦਾ ਐਕਸਪੈਂਡੀਚਰ ਆਪਾਂ ਨੇ ਦੱਸਣਾ था। ਜਿਵੇਂ ਕਿ ਦੱਸਿਆ ਗਿਆ ਕਿ ਯੂਐਸ ਦੇ ਪਰ ਕੈਪੀਟਾ ਦਾ 6,000 ਹੈ, ਯੂਕੇ ਵਾਲੇ ਦਾ 5,000 ਹੈ, ਚਾਈਨਾ ਵਾਲੇ ਦਾ 4,000 ਹੈ। ਤਾਂ ਪਹਿਲਾਂ ਆਪਾਂ ਨੇ 6,40,000 ਦਾ 22% ਕੱਢਿਆ, 18% ਕੱਢਿਆ, 15। ਕਿਉਂ, ਕਿਉਂਕਿ ਇੰਨੇ ਇੰਨੇ percent ਲੋਕ ਆਏ ਨੇ, ਯੂਕੇ ਤੋਂ 18 ਨੇ, ਯੂਐਸ ਤੋਂ 22 ਨੇ, ਤੇ ਚਾਈਨਾ ਤੋਂ 15 ਨੇ। ਜਿਹੜੇ ਡਿਫਰੈਂਟ ਡਿਫਰੈਂਟ ਲੋਕ ਆਏ ਨੇ ਉਹ ਆਪਾਂ ਨੰਬਰ ਆਫ ਟੂਰਿਸਟ ਕੱਢ ਲਏ, ਨੰਬਰ ਆਫ ਟੂਰਿਸਟ ਕੱਢ ਕੇ ਪਰ ਕੈਪੀਟਲ ਨਾਲ ਮਲਟੀਪਲਾਈ ਕਰਤਾ, ਜੋ ਆंसर ਆਏਗਾ ਇਹਨਾਂ ਦਾ। ਠੀਕ ਹੈ, ਸਾਰਾ ਪਲੱਸ ਕਰ ਲਓ, ਯੂ ਵਿਲ ਗੈਟ ਦਾ ਰਾਈਟ ਆंसर। ਚੈੱਕ ਕਰੋ ਪਲੀਜ਼। ਹਾਂਜੀ, ऑनलाइन आ गया समझ बच्चों की कितना की है, ऑफलाइन कोई डाउट नहीं है। हाँ ठीक है, थोड़ा स्लो चल रहे हैं ताकि ਤੁਹਾਨੂੰ कैलकुलेशन ਚ टाइम मिल जाए, नहीं तो कुछ भी नहीं है, 5 मिनट का क्वेश्चन भी नहीं है अगर देखे रहे। हाँ बट कैलकुलेशन थोड़ी ਦਿੱਤੀ ਹੋਈ ਹੈ ਨੇ, ਕਰਨੀ ਪੈਣੀ ਹੈ ਹੱਥ ਨਾਲ, ਉੱਤੇ ਕੈਲਕੂਲੇਟਰ ਅਲਾਉਡ ਨਹੀਂ ਹੈ ਤੁਹਾਨੂੰ। ਹਾਂਜੀ ਓਕੇ ਹੈ, प्लीज देखो कोई डाउट है तो बोलो।
तो होया क्लियर जी, देखो क्वेश्चन है। हाँ जी, क्लास कैलकुलेशन करो, कर लिया सबने। मैं एक आंसर प्रोवाइड कर रहा है, तुम्हें आइडिया हो जाएगा कि थोड़ा आंसर दिल में आ रहा है। हाँ लो आंसर मैच करो, चेक करो ये आंसर आ टोटल स्पेंडिंग का। हाँ जी, चेक करना है कैलकुलेशन क्लास, किस डाउट है पूछ सकते हो। हाँ जी, क्लियर समझ चलिए कि सो क्लिक डन हो गया। सो इस तरीके आप कर सकते हैं, ठीक है जी। चलो नेक्स्ट, हो गया नोट, काफी टाइम लगा बैठो सी। चलो जी नेक्स्ट इस ਤੇ ਹੁਣ ਅੱਗੇ ਕਹਿੰਦੇ ਕਿ ਅਗਰ ਕੱਲੇ ਚਾਈਨਾ ਤੋਂ, ਕਹਿੰਦੇ ਕੱਲੇ ਚਾਈਨਾ ਤੋਂ 2018 ਦੇ ਵਿੱਚ 65,000 ਟੂਰਿਸਟ ਆਏ थे। ਤੇ ਦੱਸੋ ਕਿ ਸਾਰੇ ਰੀਜਨਸ ਚੋਂ, ਬਾਕੀ ਰੀਜਨ ਚ ਕਿੰਨੇ ਆਏ। ਕੁਐਸਚਨ ਇਹ ਹੈ ਕਿ ਅਗਰ ਕੱਲੇ ਚਾਈਨਾ ਤੋਂ, ਕੁਐਸਚਨ ਸਮਝੋ ਧਿਆਨ ਨਾਲ ਪਲੀਜ਼। ਕਹਿੰਦਾ if 65,000 tourists came from China in the year 2018, then what number of tourists under different ਏਜ ਗਰੁੱਪ ਕੇਮ ਇਨ दैट ईयर। ਠੀਕ ਹੈ ਜੀ। ਹੁਣ ਅਗਰ ਆਪਾਂ ਗੱਲ ਕਰਦੇ ਵੀ ਇਕੱਲੇ ਚਾਈਨਾ ਤੋਂ 65,000 ਟੂਰਿਸਟ ਆਏ ਨੇ, ਤਾਂ ਡਿਫਰੈਂਟ ਏਜ ਗਰੁੱਪ ਦੇ ਅਕੋਰਡਿੰਗ ਕਿੰਨੇ ਆਏ ਚਾਈਨਾ ਤੋਂ। ਠੀਕ ਹੈ ਜੀ। ਹੁਣ 65,000 ਤਾਂ ਓਵਰਆਲ ਆ ਗਿਆ। ਹੁਣ ਆਪਾਂ ਨੇ ਚਾਈਨਾ ਦੇ ਅਲੱਗ-ਅਲੱਗ ਗਰੁੱਪ ਚ ਦੱਸਣਾ ਹੈ। ਜਿਵੇਂ ਕਿ ਹੁਣ ਦੇਖਿਆ ਜਾਏ, ਧਿਆਨ ਦੇਣਾ ਕਲਾਸ। ਹਾਂਜੀ, ਚਾਈਨਾ ਤੋਂ ਅਗਰ ਆਪਾਂ ਗੱਲ ਕਰਦੇ ਹਾਂ, ਟੂਰਿਸਟ ਆਏ ਨੇ 65,000, ਠੀਕ ਹੈ ਜੀ। ਓਕੇ, ਐਨੇ ਟੂਰਿਸਟ ਆਏ ਇਕੱਲੇ ਚਾਈਨਾ ਤੋਂ। ਤਾਂ ਬਿਲੋ 30 ਵਾਲੇ ਕਿੰਨੇ ਆਏ ਨੇ, ਬਿਲੋ 30 ਵਾਲੇ ਤਾਂ 65,000 ਦਾ 25%, ਸੌਰੀ 25%, 25% मतलब ਅਪਰੋਕਸੀਮੇਟਲੀ फोर चौथा हिस्सा। दो जीरो कट गए थे, 650 इंटू 25 यही आए। अगर आप डिफरेंट ग्रुप्स बनने, उन्होंने कहा कि चाइना तो 65,000 टूरिस्ट आए ने, तो तुम उसमें ग्रुप वाइज लगाओ। तो अगर ग्रुप वाइज लगाओगे तो थोड़े को आंसर आएगा कि 650 इंटू 25 कर लो, 16,250 ਇਹ ਉਹ ਟੂਰਿਸਟ ਨੇ ਜਿਹੜੇ ਬਿਲੋ 30 ਈਅਰ ਏਜ ਨੇ। ਠੀਕ ਹੈ ਜੀ। ਦੈਨ 30 ਤੋਂ ਲੈ ਕੇ 39 ਦੇ ਵਿੱਚ ਕਿੰਨੇ ਆਏ, बस डिफरेंट डिफरेंट एज ग्रुप के अकॉर्डिंगली परसेंटेज डाटा डिस्ट्रीब्यूट कर दो। जिवें अपने को डाटा दिता होया देखो, अपने को शो हो रहा है 30 तो लेके 39 ਦੇ ਵਿੱਚ 15% आए। ठीक है, 40 ਤੋਂ लेके 49 ਦੇ ਵਿੱਚ भी 15% आए। ਆਪਾਂ 65,000 ਦਾ 15% ਕੱਢ ਦਾਂਗੇ। ठीक है, देन अपने को 22% आए, ਇਹਦਾ 22 ਕੱਢ ਦਾਂਗੇ एंड लास्ट 23 कर देंगे। यू विल गेट द राइट आंसर होपफुली। देखो आगे समझ भी, मैं बना देना इतने कोई।
ठीक है जी। सो फुल क्लियर, हाँ जी। ऑनलाइन ਪ੍ਰੀਤ ਆਇਆ ਸਮਝ ਦੇਖੋ। ਇਸ ਦਾ ਤਾਂ ਹੋਇਆ ਤਾਂ ਕਿ ਇਕੱਲੇ ਚਾਈਨਾ ਤੋਂ 65,000 ਟੂਰਿਸਟ ਆਏ ਨੇ, ਤਾਂ ਉਹਨੂੰ ਏਜ ਗਰੁੱਪ ਚ ਡਿਸਟ੍ਰੀਬਿਊਟ ਕਰਨਾ था। ਤਾਂ ਏਜ ਗਰੁੱਪ ਦੇ ਅਕੋਰਡਿੰਗਲੀ ਪਹਿਲਾਂ ਆਪਣੇ ਕੋਲ ਬਿਲੋ 30 25% ਆਏ ਨੇ, 30 ਤੋਂ ਲੈ ਕੇ 39 ਵਾਲੇ 15% ਆਏ ਨੇ, 40 ਤੋਂ ਲੈ ਕੇ 49 ਵਾਲੇ ਵੀ 15% ਆਏ ਨੇ, ਦੈਨ 50 ਤੋਂ ਲੈ ਕੇ 59 ਵਾਲੇ 22%, ਦੈਨ ਅਬਵ 60 ਵਾਲੇ 23% ਆਏ ਨੇ। ਸੋ ਇਸ ਤੇ ਕਲਿਅਰ ਹੋ ਜਾਏਗਾ। ਹਾਂਜੀ ਕਲਾਸ ਓਕੇ ਸਭ ਨੂੰ, ਪਲੀਜ਼ ਰਿਸਪੌਂਡ ਬੈਕ ਕਰੋ ਇੱਥੇ ਜਲਦੀ ਜਲਦੀ, ਫਿਰ ਆਊਟ ਕਿਸੇ ਨੇ ਪੁੱਛੋ। ਆਨਲਾਈਨ ਹੋਇਆ ਕਲੀਅਰ। ਟੋਟਲ ਆਪਣੇ ਕੋਲ ਇੱਕ ਨੰਬਰ ਆਇਆ ਹੋਇਆ ਥਾ 65,000, ਉਸਨੂੰ ਆਪਾਂ ਨੇ ਡਿਫਰੈਂਟ ਏਜ ਗਰੁੱਪਸ ਚ ਡਿਵਾਈਡ ਕੀਤਾ ਹੈ। ਬਸ ਇੰਨਾ ਕੰਮ ਹੋਇਆ। ਠੀਕ ਹੈ। ਸੋ ਅਲਟੀਮੇਟਲੀ ਗੱਲ ਇੰਨੀ ਕੁ ਹੈ ਕਲਾਸ, ਅਗਰ ਤੁਸੀਂ ਇਸ ਲੈਕਚਰ ਨੂੰ ਫੋਕਸ ਕਰਦੇ ਹੋ, ਇਸ ਲੈਕਚਰ ਦੇ ਵਿੱਚ ਆਪਾਂ ਨੇ ਦੋ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀਆਂ ਨੇ। ਪਹਿਲਾਂ ਤਾਂ ਆਪਾਂ ਨੇ ਜੋ ਕੁਐਸਚਨ ਆਏ PYQs ਦੇਖਿਆ ਕਿ ਆਪਣੇ ਕੋਲ ਪਾਈ ਚਾਰਟ ਡਾਟਾ ਦਿੱਤਾ ਹੋਇਆ ਥਾ, ਉਹ ਡਾਟਾ ਨੂੰ ਡਿਸਟ੍ਰੀਬਿਊਟ ਕਰ ਲਿਆ। ਠੀਕ ਹੈ। ਜਿਵੇਂ ਨੰਬਰ ਆਫ ਟ੍ਰੇਨ ਸ਼ੁਰੂ ਹੋਏ ਥੇ ਆਪਾਂ ਕਿ ਇੱਕ ਪੈਸੇਂਜਰ ਦਿੱਤੇ ਹੋਏ ਨੇ ਕਿ ਵੱਖ-ਵੱਖ ਟ੍ਰੇਨਾਂ 'ਚ ਕਿਵੇਂ ਪੈਸੇਂਜਰ ਜਾ ਰਹੇ ਨੇ, ਆਪਾਂ ਉਸ ਤੇ ਕੁਐਸਚਨ ਕੀਤਾ। ਦੈਨ ਉਹਨਾਂ ਨੇ ਆਪਾਂ ਨੂੰ ਇੱਕ ਚਾਰਟ ਦਿੱਤਾ ਜਿਸ 'ਚ ਮੀਨ, ਵੇਰੀਐਂਸ, ਸਟੈਂਡਰਡ ਡੇਵੀਏਸ਼ਨ ਔਰ ਨੰਬਰ ਆਫ ਵਿਲੇजेस ਦਿੱਤੇ ਹੋਏ ਥੇ। ਆਪਾਂ ਉੱਥੋਂ ਉਹਨਾਂ ਦੀ ਕੰਪੇਅਰ ਕੀਤੀ, ਵੇਰੀਏਸ਼ਨ ਕਿਸ ਦੀ ਜ਼ਿਆਦਾ ਹੋਗੀ, ਜਿਹਦੇ ਲਈ ਆਪਾਂ ਕੋਫੀਸ਼ੀਐਂਟ ਆਫ ਵੇਰੀਏਸ਼ਨ ਯੂਜ਼ ਕੀਤਾ। ਦੈਨ ਆਪਾਂ ਨੇ ਉਸ ਤੋਂ ਬਾਅਦ ਆਫਟਰ ਦੈਟ ਆਪਾਂ ਨੇ ਸਰਚ ਆਊਟ ਕੀਤਾ ਕਿ ਇਸ ਦੇ ਵਿੱਚ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਕਿਆ ਹੋਏਗੀ। ਦੈਨ ਅਗਲਾ ਆਪਣੇ ਕੋਲ ਇਸ ਤਰ੍ਹਾਂ ਦਾ ਕੁਐਸਚਨ ਆਇਆ। ਹੁਣ ਇਸ ਕੁਐਸਚਨ ਦੇ ਵਿੱਚ ਕੀ ਥਾ, ਪਹਿਲਾ ਕੁਐਸਚਨ ਇਹ ਥਾ ਕਿ ਆਪਣੇ ਕੋਲ 6,40,000 ਟੂਰਿਸਟ ਆਏ ਹੋਏ ਨੇ। ਠੀਕ ਹੈ ਜੀ। ਉਹ ਟੂਰਿਸਟਾਂ ਨੇ ਡਿਸਟ੍ਰੀਬਿਊਟ ਕੀਤਾ ਆਪਾਂ ਨੂੰ ਇਸ ਪਾਈ ਚਾਰਟ ਦੇ ਅਕੋਰਡਿੰਗਲੀ, ਤੇ ਆਪਾਂ ਨੇ US UK ਤੇ ਚਾਈਨਾ ਦੇ ਪਰਸਨਸ ਦਾ ਕੱਢ ਕੇ ਉਹਨੂੰ ਪਰ ਕੈਪੀਟਲ ਨਾਲ ਜੇ ਦਿੱਤਾ ਹੋਇਆ ਤਾਂ ਮਲਟੀਪਲਾਈ ਕਰਾਇਆ, ਤੇ ਆਪਾਂ ਨੇ ਟੋਟਲ ਕੱਢ ਲਿਆ था। ਠੀਕ ਹੈ। ਹੁਣ ਆਪਣੇ ਕੋਲ ਦਿੱਤਾ ਹੋਇਆ था ਕਿ 65,000 ਟੂਰਿਸਟ ਆਏ ਨੇ। ਜਿਹੜੇ 65,000 ਟੂਰਿਸਟ ਚਾਈਨਾ ਤੋਂ ਆਏ, ਉਹਨਾਂ ਨੂੰ ਆਪਾਂ ਡਿਵਾਈਡ ਕਰਨਾ था ਡਿਫਰੈਂਟ ਏਜ ਗਰੁੱਪ ਦੇ ਵਿੱਚ। ਤਾਂ 65,000 ਟੂਰਿਸਟ ਜਦੋਂ ਸਾਡੇ ਕੋਲ ਥੇ, ਤਾਂ ਤੁਸੀਂ ਏਜ ਗਰੁੱਪ ਬਣਨਾ ਕੁਝ ਨਹੀਂ ਕਰਨਾ, ਆ ਪਰਸੈਂਟ ਦਿੱਤੀ ਹੋਈ ਜਿਵੇਂ ਬਿਲੋ 30 ਵਾਲੇ ਕਿੰਨੇ ਹੈ 25, 30 ਤੋਂ ਲੈ ਕੇ 39 ਵਾਲੇ 15, 40 ਤੋਂ ਲੈ ਕੇ 49 ਵਾਲੇ 15, 59 ਤੋਂ ਲੈ ਕੇ 50 ਲੈ ਕੇ 59 ਵਾਲੇ 22, ਅਬਵ 60 ਵਾਲੇ 23। ਤਾਂ ਉਹ ਬਣ ਕੇ ਆਪਾਂ ਨੇ ਆंसर करना। ठीक है जी। सो होपफुली तक समझ आ गया, समझ कोई डाउट तो नहीं है। ऑनलाइन ओके, ऑफलाइन डन। चलो नोट करो, एक क्वेश्चन हो रहा है इस पे, वो भी खत्म कर दें। ਹਾਂਜੀ ਅਗਲਾ ਕੁਐਸਚਨ ਦਿੱਤਾ ਹੋਇਆ ਇਸ ਤੇ, ਕਹਿੰਦਾ ਇਫ 32 ਲੱਖ ਟੂਰਿਸਟ ਆਏ ਹੋਣ ਇੰਡੀਆ ਦੇ ਵਿੱਚ 2018 ਚ, ਹੈਵਿੰਗ ਏਜ ਗ੍ਰੇਟਰ ਦੈਨ 49 ਇਅਰਸ, ਜਿਨ੍ਹਾਂ ਦੀ ਏਜ 49 ਦੇ ਏਅਰ ਤੋਂ ਜ਼ਿਆਦਾ ਹੈ, then how many tourists come to India from different region as shown in the pie chart। ਓਕੇ, ਤੁਸੀਂ ਕੀ ਕਰਨਾ ਹੁਣ ਇਸ ਡਾਟਾ ਦੇ ਵਿੱਚ, ਕੁਐਸਚਨ ਦਿੱਤਾ ਹੋਇਆ ਕਿ 32 ਲੱਖ ਟੂਰਿਸਟ ਆਏ ਹੋਏ ਨੇ। ਠੀਕ ਹੈ। ਉਸ 32 ਲੱਖ ਚੋਂ ਆਪਾਂ ਨੇ ਉਹ ਟੂਰਿਸਟ ਦੱਸਣੇ ਨੇ ਜਿਹੜੇ ਕਿ 49 ਇਅਰਸ ਤੋਂ ਗ੍ਰੇਟਰ ਨੇ, ਡਿਫਰੈਂਟ ਕੰਟਰੀਜ਼ ਤੋਂ ਆਏ। ਜਿਵੇਂ ਕਿ ਆਪਾਂ ਨੂੰ ਪਤਾ US ਤੋਂ ਕਿੰਨੇ ਆਏ ਹੋਏ ਨੇ 22%, ਤਾਂ ਆਪਾਂ 32 ਲੱਖ ਚੋਂ 22% USA ਨੂੰ ਦੇ ਦਾਂਗੇ। ਠੀਕ ਹੈ। UK ਤੋਂ 18%, ਚਾਈਨਾ ਤੋਂ 15%, ਜਾਪਾਨ ਤੇ ਯੂਰਪ ਤੋਂ 20%, ਤੇ ਉਸ ਤੋਂ ਬਾਅਦ ਅਦਰਸ ਤੋਂ 25%। ਉਸ ਦੇ ਕੋਲ ਡਾਟਾ ਡਿਸਟ੍ਰੀਬਿਊਟ ਕਰਕੇ ਉਸ ਚੋਂ ਆਪਾਂ 49 ਈਅਰ ਕੱਢ ਦਾਂਗੇ। ਆਪਣੇ ਕੋਲ 49 ਤੇ ਏਜ ਕਿੰਨੇ ਨੇ, ਅਬ ਤੁਹਾਡੇ ਆ ਰਹੇ ਪਰਸੈਂਟੇਜ ਆ ਕੱਢ ਦਾਂਗੇ ਆਪਾਂ। ਇਸ ਤਰ੍ਹਾਂ ਇਹ ਐਡ ਬਸ। ਮਤਲਬ ਕੁਐਸਚਨ ਇਹ ਪੁੱਛਿਆ ਗਿਆ ਥਾ ਕਿ ਜਿਹੜੇ ਏਜ ਗਰੁੱਪ ਵਾਈਜ਼ ਨੇ, ਟੋਟਲ ਨੰਬਰ ਆਫ ਟੂਰਿਸਟ ਗ੍ਰੇਟਰ ਦੈਨ 49 ਈਅਰ ਆਫ ਏਜ, ਉਹ 32% ਨੇ। ਠੀਕ ਹੈ ਜੀ। ਠੀਕ ਹੈ। ਅਗਰ ਆਪਾਂ ਡਾਟਾ ਦੇਖੀਏ ਤਾਂ ਆਪਣੇ ਕੋਲ ਇੱਥੋਂ ਦੀ 45% ਐਸੇ ਟੂਰਿਸਟ ਨੇ ਜਿਹੜੇ ਕਿ 49 ਈਅਰ ਤੋਂ ਜ਼ਿਆਦਾ ਵਾਲੇ ਨੇ। ਠੀਕ ਹੈ ਜੀ। ਤਾਂ ਬਸ ਉਹਦੇ ਅਕੋਰਡਿੰਗ ਆਪਾਂ ਡਾਟਾ ਕੱਢ ਦਾਂਗੇ। ਸੋ ਹੋਪਫੁਲੀ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਾਂਗੇ, 32 ਲੱਖ ਨੂੰ ਡਿਵਾਈਡ ਕਰਾਂਗੇ ਕੰਟਰੀਜ਼ ਦੇ ਵਿੱਚ, ਫਿਰ ਜਿਵੇਂ US ਦਾ ਜੋ ਡਾਟਾ ਆ ਜਾਏਗਾ ਉਹਦਾ 45% ਕਰਦਾ। ਸਿੰਪਲ, ਖਤਮ ਹੋ ਗਿਆ ਕੁਐਸਚਨ। ਸੋ ਇਸ ਤਰੀਕੇ ਨਾਲ ਤੁਸੀਂ ਡਾਟਾ ਐਕਸਟ੍ਰੈਕਟ ਕਰ ਸਕਦੇ ਹੋ ਅਗਰ ਆਪਾਂ ਦੇਖੀਏ ਡਿਫਰੈਂਟ ਕੰਟਰੀਜ਼ ਦੇ ਏਜ ਗਰੁੱਪ ਵਾਈਜ਼, ਜਿਵੇਂ ਆਪਾਂ ਚਾਈਨਾ ਦਾ ਵੰਡਿਆ ਇਹ ਲਓ ਇਸ ਤਰੀਕੇ। ਸੋ ਡਨ। ਠੀਕ ਹੈ ਕਲਾਸ। ਸੋ ਮੋਸਟਲੀ ਇੱਥੇ ਤੱਕ ਤਾਂ ਅੱਜ ਆਪਾਂ ਰੁਕਦੇ ਹਾਂ। ਇੱਥੇ ਆਪਣੇ ਥੋੜੇ ਪਾਈ ਚਾਰਟ, ਬਾਰ ਗ੍ਰਾਫ ਖਤਮ ਹੁੰਦੇ ਨੇ ਕਿ ਬਾਰ ਗ੍ਰਾਫ ਤੇ ਪਾਈ ਚਾਰਟ ਤੁਹਾਡਾ ਕਿਵੇਂ ਕੱਢਣਾ ਹੈ। ਨੈਕਸਟ ਕਲਾਸ ਇੱਕ ਹੋਰ ਹੋਏਗੀ ਗ੍ਰਾਫਸ ਦੇ ਉੱਪਰ, ਉਸ ਵਿੱਚ ਸਾਰੇ PYQ ਇੱਕ ਵਾਰੀ ਡਿਸਕਸ ਕਰੂੰਗਾ ਜਿਹੜੇ ਆਏ ਹੋਏ ਨੇ ਸਪੈਸ਼ਲੀ ਗ੍ਰਾਫਸ ਦੇ, ਜਾਂ ਉਹ ਚੀਜ਼ ਕਵਰ ਕਰਾਂਗੇ ਕਿ ਆਪਣੇ ਕੋਲ ਟੈਬਲੋ ਡਾਟਾ ਦਿੱਤਾ ਹੋਇਆ ਹੈ ਉਹਨੂੰ ਗ੍ਰਾਫਿਕਲ ਫਾਰਮ 'ਚ ਕਿਵੇਂ ਕਨਵਰਟ ਕਰਨਾ ਹੈ। ਠੀਕ ਹੈ ਜੀ। ਸੋ ਠੀਕ ਹੈ ਕਲਾਸ, ਫਿਰ ਸਟਾਪ ਕਰਦੇ ਹਾਂ, ਨੈਕਸਟ ਕਲਾਸ ਮਿਲਦੇ ਹਾਂ। ਥੈਂਕ ਯੂ ਆਲ ਫॉर टुडे, हैव अ ग्रेट डे।